सत श्री अकाल जी। न्यूज़ 18 पंजाब देख रहे दर्शकों का स्वागत है। गौरव शुक्ला मैं हाँ तुहाडे नाल। भाई रणजीत सिंह ढड्डरियां वाले पिछले कुछ समय दे विच या कहिए कि पिछले कुछ सालों दे विच अपने बयानों नूं लैके खूब चर्चा दे विच रहे ने, या तुसीं ये भी कह सकते हो कि विवादां दे विच रहे ने। उन्हां दे वल्लों दित्ते गए बयान तो बाद कुछ लोगों ने इतराज जताया, कुछ धर्म प्रचारक अकाल तख्त साहब पहुंच गए, कमेटी बना दी गई। एक कमेटी दे सामने नहीं ढड्डरियां वाले पेश होए ते उस तो बाद हुण जथेदार साहब दे वल्लों भी बयान दिता गया। बहुत तलख बयान उसनूं मन्निया जा रहा है। ਅਸੀਂ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਅੱਜ ਖੁਦ ਪਹੁੰਚੇ ਹੋਏ ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਦੇ ਕੋਲ, ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਪੂਰੇ ਮੁੱਦੇ ਨੂੰ ਕਿਵੇਂ ਸਮਝ ਰਹੇ ਨੇ ਤੇ ਅੱਗੇ ਉਹਨਾਂ ਦਾ ਫਿਊਚਰ ਪਲਾਨ ਕੀ ਹੈ। ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਨਿਊਜ਼ 18 ਦੇ। ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਰਿਐਕਸ਼ਨ ਲਵਾਂ ਕਿ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਣ ਰੀਸੈਂਟਲੀ ਬਿਆਨ ਦਿੱਤਾ ਹੈ, ਹਾਂਜੀ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਸਵਾਲ ਹੈ ਜੋ ਹਰ ਕਿਸੇ ਦੇ ਜ਼ਿਹਨ 'ਚ ਹੋਏਗਾ। ਤੁਹਾਨੂੰ ਲੱਗਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਹੁਕਮ ਦੇ ਸਕਦੇ ਆ ਹਰ ਸਿੱਖ ਨੂੰ, ਉਹਨਾਂ ਦੇ ਵਿੱਚ ਤੁਸੀਂ ਵੀ ਸ਼ਾਮਲ ਹੈਗੇ ਹੋ, ਕਿ ਉਹ ਸਾਰਿਆਂ ਨੂੰ ਹੁਕਮ ਦੇ ਸਕਦੇ ਆ ਜਾਂ ਨਹੀਂ? ਬਿਲਕੁਲ ਦੇ ਸਕਦੇ ਆ, ਪਰ ਜੇ ਜਥੇਦਾਰ ਯੋਗ ਹੋਵੇ, ਜੇ ਉਹ ਹੱਕ ਰੱਖਦੇ ਹੋਣ ਜੀ, ਹੱਕ ਹੈਗਾ ਆ, ਪਰ ਉਹਨਾਂ ਨੇ ਨਿਰਪੱਖ ਨਾ ਹੋਣ ਕਰਕੇ ਪੱਖਪਾਤੀ ਰਵੱਈਆ ਅਪਣਾਇਆ ਹੋਇਆ ਪਿਛਲੇ ਕਈ ਸਾਲਾਂ ਤੋਂ, ਇਸ ਕਰਕੇ ਉਹ ਯੋਗ ਨਹੀਂ ਨੇ। ਮੈਂ ਥੋੜੀ ਦੇਰ ਕੁਝ ਸਾਲ ਪਹਿਲਾਂ ਵੀ ਤੁਹਾਡੇ ਕੋਲ ਆਇਆ ਸੀਗਾ, ਉਸ ਸਮੇਂ ਜਥੇਦਾਰ ਦੀ ਕੁਰਸੀ ਉੱਤੇ ਕੋਈ ਹੋਰ ਬੈਠਾ ਸੀ। ਅੱਜ ਜਥੇਦਾਰ ਸਾਹਿਬ ਬਦਲ ਚੁੱਕੇ ਹਨ, ਬੇਸ਼ੱਕ ਉਹ ਕਾਰਜਕਾਰੀ ਜਥੇਦਾਰ ਨੇ। ਤੁਹਾਨੂੰ ਹੁਣ ਵੀ ਲੱਗਦਾ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਬਾਰੇ ਕਿਹਾ ਜਾਂਦਾ ਕਿ ਬਹੁਤ ਪੜ੍ਹੇ ਲਿਖੇ ਸੂਝਵਾਨ ਨੇ, ਤੁਹਾਡੀ ਸਟੇਟਮੈਂਟ ਨਹੀਂ ਬਦਲੀ ਕਰੀਬ 3 ਸਾਲ ਦੇ ਵਿੱਚ। ਮੈਂ ਸ਼ਾਇਦ 2017 ਚ ਤੁਹਾਡੇ ਕੋਲ ਆਇਆ ਸੀ, 2020 ਚੱਲ ਰਿਹਾ, ਉਸ ਸਮੇਂ ਵੀ ਤੁਸੀਂ ਕਿਹਾ ਸੀ ਯੋਗ ਨਹੀਂ, ਤੇ ਅੱਜ ਵੀ ਤੁਸੀਂ ਕਹਿ ਰਹੇ ਹੋ ਕਿ ਯੋਗ ਨਹੀਂ। ਉਹਦਾ ਕਾਰਨ ਹੈ ਸਿੱਧਾ ਇਹ ਹੈ ਜੀ ਕਿ ਜਥੇਦਾਰ ਸਾਹਿਬ ਆਏ ਸੀ ਜੀ, ਗਿਆਨੀ ਹਰਪ੍ਰੀਤ ਸਿੰਘ ਹੋਣੀ, ਤਾਂ ਆਉਣਸਾਰ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛੋ ਕਿ ਤੁਹਾਡੀ ਫੇਰੀ ਕਿੱਥੇ ਸੀ। ਮੰਨ ਲਓ ਤੁਸੀਂ ਪਹਿਲੀ ਵਾਰ ਜਦੋਂ ਗੱਡੀ 'ਚ ਬੈਠ ਕੇ ਗਏ ਹੋ ਕਿਤੇ, ਤੇ ਕਿੱਥੇ ਗਏ ਹੋ? ਬਾਬਾ ਹਰਨਾਮ ਸਿੰਘ ਹੋਣਾ ਕੋਲ। ਉੱਥੇ ਜਾਂਦੇ, ਉਹਨਾਂ ਨੂੰ ਮਿਲਦੇ, ਫਿਰ ਮੇਰੇ ਕੋਲ ਵੀ ਆ ਜਾਂਦੇ ਵੀ ਰਣਜੀਤ ਸਿੰਘ ਨੂੰ ਵੀ ਮਿਲ ਕੇ ਆਈਏ, ਇਹਨਾਂ ਦਾ ਵਿਵਾਦ ਚੱਲਦਾ, ਮੈਂ ਨਵਾਂ ਆਇਆ, ਵੀ ਕੋਈ ਪ੍ਰੋਬਲਮ ਆਪਾਂ ਆਪਸ ਬੈਠ ਕੇ ਗੱਲ ਕਰਨੀ ਸ਼ੁਰੂ ਕਰਾਂਗੇ। ਇੱਥੋਂ ਸ਼ੁਰੂਆਤ ਹੁੰਦੀ ਹੈ। ਉਹਨਾਂ ਨੂੰ ਪਤਾ ਹੈ ਵੀ ਬਾਬਾ ਹਰਨਾਮ ਸਿੰਘ ਜੀ ਹੋਣਾ ਦੀ ਇੱਕ ਵੋਟ ਹੈ ਜਿਹਦਾ 50% ਅਸਰ ਹੈ ਕਿ ਜਥੇਦਾਰ ਕੌਣ ਬਣੇਗਾ, ਕੌਣ ਨਹੀਂ ਬਣੇਗਾ। ਟਕਸਾਲ ਦੇ ਮੁਖੀ ਦੀ ਬੜੀ ਵੱਡੀ ਵੋਟ ਹੈ, ਐਸਜੀਪੀਸੀ ਪ੍ਰਧਾਨ ਕੌਣ ਬਣੇਗਾ ਸਲਾਹ ਲਈ ਜਾਂਦੀ ਹੈ, ਤੇ ਇੱਥੋਂ ਤੱਕ ਜਥੇਦਾਰ ਕੌਣ ਬਣੇਗਾ ਉਹਨਾਂ ਨੂੰ ਪੁੱਛਿਆ ਜਾਂਦਾ। ਇਸ ਕਰਕੇ ਉਹਨਾਂ ਦਾ ਸ਼ੁਕਰਾਨਾ ਕਰਨਾ ਬੜਾ ਲਾਜ਼ਮੀ ਬਣ ਜਾਂਦਾ। ਤੇ ਸਾਡੇ ਵਰਗਿਆਂ ਦੀ ਕੋਈ ਔਕਾਤ ਨਹੀਂ ਕਿ ਜਥੇਦਾਰ ਸਾਡੇ ਨਾਲ ਗੱਲਬਾਤ ਕਰਨ, ਉਹਨਾਂ ਨੇ ਉਵੇਂ ਚੱਲਣਾ ਹੈ ਜਿਵੇਂ ਉਹ ਕਹਿੰਦੇ ਆ। ਮੈਂ ਅਗਲੇ ਸਵਾਲ ਤੇ ਜਾਵਾਂ ਜੋ ਰਿਐਕਸ਼ਨ ਲੈਣਾ, ਪਰ ਮੈਂ ਇੱਕ ਹੋਰ ਚੀਜ਼ ਇਸ ਵਿੱਚ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਤੁਹਾਨੂੰ ਕੀ ਲੱਗਦਾ ਕਿ ਟਕਸਾਲ ਦੇ ਹਰਨਾਮ ਸਿੰਘ ਹੋਰਾਂ ਦਾ ਤੁਸੀਂ ਨਾਮ ਲੈ ਰਹੇ ਹੋ, ਉਹਨਾਂ ਦਾ ਪ੍ਰਭਾਵ ਹੈ ਜਾਂ ਟਕਸਾਲ ਦਾ ਪ੍ਰਭਾਵ ਹੁੰਦਾ? ਦੋਨੋਂ ਚੀਜ਼ਾਂ ਵਿੱਚ ਫਰਕ ਹੈ, ਤੁਸੀਂ ਸਮਝੋਗੇ ਕਿ ਉਹ ਉਸ ਅਹੁਦੇ ਉੱਤੇ ਕੋਈ ਵੀ ਬੈਠਾ ਹੋਵੇ ਕਿ ਹਰ ਕਿਸੇ ਦੀ ਇਨਵੋਲਵਮੈਂਟ ਇੰਨੀ ਹੀ ਹੁੰਦੀ ਹੈ? ਨਹੀਂ, ਟਕਸਾਲ ਵੱਡੀ ਜਥੇਬੰਦੀ ਹੈ ਜੀ, ਟਕਸਾਲ ਜਿਹੜੀ ਹੈ ਪੁਰਾਣੀ ਜਥੇਬੰਦੀ ਹੈ। ਟਕਸਾਲ ਦਾ ਸੰਬੰਧ ਜਿਹੜਾ ਹੈਗਾ ਆ ਲੀਡਰਸ਼ਿਪ ਦੇ ਨਾਲ, ਜਿਹੜੀ ਲੀਡਰਸ਼ਿਪ ਅੱਜ ਅਕਾਲ ਤਖਤ ਸਾਹਿਬ ਦੇ ਪਿੱਛੇ ਕਾਬਜ ਹੈ, ਉਹਨਾਂ ਦਾ ਹੁਕਮ ਚੱਲਦਾ ਹੈ। ਹੋਰ ਨਹੀਂ ਗੱਲ, ਸਿੱਧੀ ਡਾਇਰੈਕਟ ਗੱਲ ਹੈ। ਰਣਜੀਤ ਸਿੰਘ ਦੀ ਇੱਕ ਲੀਡਰਸ਼ਿਪ ਨਾਲ ਮੈਂ ਗੱਲ ਕਰ ਲਵਾਂ, ਮਾੜਾ ਜਿਹਾ ਉਹਨਾਂ ਨਾਲ ਬਹਿਣਾ ਉੱਠਣਾ ਲੱਗ ਜਾਵਾਂ, ਉਹਨਾਂ ਦੇ ਨਾਲ ਮੈਂ ਅਟੈਚ ਹੋ ਜਾਵਾਂ, ਤੇ ਅੱਜ ਕੋਈ ਪ੍ਰੋਬਲਮ ਨਹੀਂ ਆਏਗੀ, ਮੇਰਾ ਮਸਲਾ ਵੀ ਹੱਲ ਹੋ ਜਾਏਗਾ। ਜਿਸ ਦਿਨ ਵੀ ਅਕਾਲ ਤਖਤ ਉੱਤੇ ਕੋਈ ਵੀ ਮਸਲਾ ਹੁੰਦਾ, ਅੱਜ ਤੱਕ ਜਿੰਨਿਆਂ ਦਾ ਹੋਇਆ ਉਹਨਾਂ ਨੂੰ ਯਾਦ ਆ ਜਾਣਾ ਕਿ ਲੀਡਰ ਬਹੁਤ ਆਲੇ ਦੁਆਲੇ ਘੁੰਮਣ ਲੱਗ ਜਾਂਦੇ ਹੁੰਦੇ ਆ ਕਿ ਸਾਡੇ ਨਾਲ ਗੱਲਬਾਤ ਕਰ ਲਓ, ਇਹ ਮਸਲਾ ਤਾਂ ਸੋਲਵ ਕਰ ਦਿਆਂਗੇ। ਅਕਾਲ ਤਖਤ ਵਾਲਾ ਮਸਲਾ ਅਕਾਲ ਤਖਤ ਤੇ ਜਾਣ ਦੀ ਲੋੜ ਨਹੀਂ ਪੈਂਦੀ, ਆਲੇ ਦੁਆਲੇ ਲੀਡਰਾਂ ਨੂੰ ਮਿਲ ਲਓ ਤਾਂ ਮਸਲਾ ਹੱਲ ਹੋ ਜਾਂਦਾ। ਚਲੋ ਮੈਂ ਸਟੇਟਮੈਂਟ ਤੇ ਆ ਜਾ। ਜਥੇਦਾਰ ਸਾਹਿਬ ਨੇ ਕਿਹਾ, ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਦੀਵਾਨ ਸਜਾਣ ਨਾ ਦਵੋ। ਉਸ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਬਹੁਤ ਐਕਟਿਵ ਹੋ, ਸੋਸ਼ਲ ਮੀਡੀਆ ਦੇ ਉੱਤੇ ਉਹ ਕਹਿ ਰਹੇ ਨੇ ਕਿ ਇਹਨਾਂ ਦੀ ਵੀਡੀਓ ਵੀ ਸ਼ੇਅਰ ਨਾ ਕਰੋ। ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਬਿਆਨ ਨੂੰ? ਐਕਟਿਵ ਹੋਣ ਵਾਸਤੇ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਦੁਨੀਆ ਵਿੱਚ ਜਾਵਾਂ ਜਾਂ ਮੇਰੀ ਗੱਲ ਫੈਲੇ, ਹਰ ਕੋਈ ਬੰਦਾ ਹੀ ਕਰਦਾ ਹੈ। ਪਰ ਜੇ ਉਹ ਗੱਲ ਵਿੱਚ ਕੋਈ ਦਮ ਹੋਊਗਾ, ਗੱਲ 'ਚ ਕੋਈ ਸੱਚਾਈ ਹੋਊਗੀ, ਤਾਂ ਸ਼ੇਅਰ ਕਰਨ ਵਾਲਿਆਂ ਨੇ ਸ਼ੇਅਰ ਕਰਨੀ ਹੈ। ਪਰ ਜਥੇਦਾਰ ਹੋਣਾ ਦੀ ਇਹ ਜਿਹੜੀ ਸਟੇਟਮੈਂਟ ਹੈ, ਇਹ ਬਿਲਕੁਲ ਨਿਰਪੱਖ ਨਹੀਂ ਹੈ। ਸਪਸ਼ਟ ਗੱਲ ਇਹ ਹੈ ਕਿ ਕਿਸੇ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਜਿਹੜਾ ਸ਼ੂਦਰ ਹੈ ਉਹ ਰੱਬ ਦਾ ਨਾਮ ਨਹੀਂ ਲੈ ਸਕਦਾ, ਜੇ ਕੋਈ ਨਾਮ ਲਊਗਾ ਦੱਸਿਆ ਜਾਂਦਾ, ਪਤਾ ਨਹੀਂ ਇਹ ਸਚਾਈ ਹੈ ਕਿ ਨਹੀਂ, ਕਿਉਂਕਿ ਕਈ ਵਾਰੀ ਦੱਸਿਆ ਜਾਂਦਾ ਪੁਜਾਰੀ ਸ਼੍ਰੇਣੀ ਵੱਲੋਂ, ਉਹਦੀ ਜ਼ੁਬਾਨ ਕੱਟ ਦਿੱਤੀ ਜਾਵੇ, ਸਿੱਕਾ ਢਾਲ ਕੇ ਕੰਨਾਂ 'ਚ ਪਾਇਆ ਜਾਏਗਾ ਜੇ ਕੋਈ ਰੱਬ ਦੀ ਗੱਲ ਸੁਣੇਗਾ, ਜੇ ਸ਼ੂਦਰ ਸੁਣਦਾ ਸਿਰ ਕਲਮ ਕਰ ਦਿੱਤਾ ਜਾਏਗਾ। ਉਹ ਸੀ ਡਿਕਟੇਟਰਸ਼ਿਪ, ਅੱਜ ਡੈਮੋਕ੍ਰੇਸੀ ਹੈ।
ਡੈਮੋਕ੍ਰੇਸੀ ਦੇ ਵਿੱਚ ਇਹ ਕੰਮ ਤਾਂ ਹੋ ਨਹੀਂ ਸਕਦਾ ਕਿ ਸਿੱਕਾ ਢਾਲ ਕੇ ਪਾਓ ਜਾਂ ਕਿਸੇ ਦੀ ਤੁਸੀਂ ਜ਼ਬਾਨ ਕੱਟੋ। ਬਿਲਕੁਲ ਇਹ ਤਰੀਕਾ ਆ ਇੱਕ। ਤੁਸੀਂ ਕਿਸੇ ਬੰਦੇ ਨੂੰ ਅੱਜ ਡੈਮੋਕ੍ਰੇਸੀ 'ਚ ਮਾਰ ਤਾਂ ਸਕਦੇ ਨਹੀਂ, ਪਰ ਸਮਾਜਿਕ ਬਾਈਕਾਟ ਕਰ ਦਿਓ ਕਤਲ ਤੋਂ ਵੀ ਖਤਰਨਾਕ ਹੈ। ਨਾ ਬੰਦਾ ਜਿਉਂਦਿਆਂ 'ਚ ਨਾ ਬੰਦਾ ਮਰਦਿਆਂ 'ਚ। ਇਹ ਇੱਕ ਨਵਾਂ ਡੈਮੋਕ੍ਰੇਸੀ ਵਿੱਚ ਕਤਲ ਕਰਨ ਦਾ ਤਰੀਕਾ ਸਾਡੇ ਆਗੂਆਂ ਨੇ ਅਪਣਾ ਲਿਆ ਵੀ ਹੁਣ ਅਸੀਂ ਸਿੱਧਾ ਮਾਰ ਨਹੀਂ ਸਕਣਾ। ਡਿਕਟੇਟਰਸ਼ਿਪ ਵਾਲਾ ਤਰੀਕਾ 5 ਸਾਲ ਪਹਿਲਾਂ ਟਕਸਾਲ ਨੇ ਵਰਤ ਕੇ ਵੇਖ ਲਿਆ, ਬੰਦਾ ਵੀ ਮਾਰ ਦਿੱਤਾ ਗਿਆ, ਭੇਜਿਆ। 4 ਸਾਲ ਲਗਾਤਾਰ ਜ਼ੋਰ ਲਾਇਆ, ਪ੍ਰੈਸ਼ਰਾਈਜ਼ ਕੀਤਾ ਵੀ ਇਹ ਬੰਦਾ ਦਬ ਜਾਵੇ। ਹੁਣ ਜਿਹੜਾ ਹੈਗਾ ਵੀ ਸਮਾਜਿਕ ਕਤਲ ਕਰ ਦਿਓ, ਇਹ ਸੌਖਾ ਤਰੀਕਾ ਜੋ ਪਹਿਲਾਂ ਕਰਦੇ ਆਏ ਆ, ਇਸ ਵਾਰ ਵੀ ਉਹਨਾਂ ਨੇ ਉਦਾਂ ਹੀ ਕੀਤਾ। ਤੁਹਾਨੂੰ ਲੱਗਦਾ ਨਹੀਂ ਕਿ ਕੋਈ ਫਰਕ ਪਏਗਾ ਇਸ ਦੇ ਨਾਲ, ਜੋ ਬਾਈਕਾਟ ਵਾਲੀ ਉਹਨਾਂ ਨੇ ਗੱਲ ਕਹੀ ਹੈ? ਕਿਉਂਕਿ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਜਥੇਦਾਰ ਹੁਕਮ ਦੇ ਸਕਦੇ ਆ ਹਰ ਸਿੱਖ ਨੂੰ। ਹੁਣ ਦੇਖੋ, ਜੇ ਤੁਸੀਂ ਕਹਿ ਰਹੇ ਹੋ ਕਿ ਉਹ ਯੋਗ ਨਹੀਂ ਹੈ, ਜਿਹੜੇ ਸਿੱਖ ਸੰਗਤ ਉਹਨਾਂ ਨੂੰ ਯੋਗ ਲੱਗ ਰਿਹਾ, ਹੋ ਸਕਦਾ ਕਿ ਉਹਨਾਂ ਨੂੰ ਲੱਗ ਰਿਹਾ ਹੁਣ ਕਿ ਹਾਂ ਜਥੇਦਾਰ ਨੇ ਹੁਕਮ ਦਿੱਤਾ, ਸਾਨੂੰ ਹੋਰ ਕੋਈ ਕਿੰਤੂ ਪਰੰਤੂ ਨਹੀਂ। ਤੁਹਾਨੂੰ ਨਹੀਂ ਲੱਗਦਾ ਕਿ ਇਹ ਦਿੱਕਤ ਹੋ ਸਕਦੀ ਹੈ? ਬਾਈਕਾਟ ਵਾਲੀ ਤਾਂ ਬਹੁਤ ਵੱਡੀ ਗੱਲ ਹੈ। ਬਿਲਕੁਲ ਹੋਏਗੀ ਦਿੱਕਤ। ਮੈਂ ਕਿਸ ਵੇਲੇ ਇਹ ਗੱਲ ਕਹੀ ਹੈ ਵੀ ਲੋਕ ਮੇਰੇ ਨਾਲ ਖੜਨਗੇ? ਮੈਂ ਤਾਂ ਹਮੇਸ਼ਾ ਇਹ ਮੰਨਦਾ ਕਿ ਇਹਦੀ ਬਹੁਤ ਵੱਡੀ ਦਿੱਕਤ ਹੈਗੀ ਹੈ, ਜਿਹਦਾ ਸਾਹਮਣਾ ਮੈਂ ਪਿਛਲੇ 4 ਸਾਲਾਂ ਤੋਂ ਕਰ ਰਿਹਾ, ਸਾਲ ਤੋਂ ਬਹੁਤ ਜ਼ਿਆਦਾ ਕਰ ਰਿਹਾ। 6 ਮਹੀਨੇ ਪਹਿਲਾਂ ਹੀ ਮੈਂ ਪ੍ਰੋਗਰਾਮ ਸਾਰੇ ਆਪਣੇ ਆਪ ਸਟੇਜਾਂ ਛੱਡ ਦਿੱਤੀਆਂ, ਮੈਂ ਬੰਦ ਕਰ ਦਿੱਤੇ ਸੀ, ਖੱਲਰ ਪਾਉਣ ਆਉਂਦੇ ਸੀ। ਤੇ ਹੁਣ ਮੈਨੂੰ ਪਤਾ ਹੈ ਵੀ ਇਸ ਤੋਂ ਅਗਲੇ ਜਿਹੜੇ ਸਟੈਪ ਨੇ ਉਹਦੇ ਵਿੱਚ ਮੈਨੂੰ ਹੋਰ ਵੀ ਜ਼ਿਆਦਾ ਦਿੱਕਤ ਹੋਏਗੀ, ਇਸ ਤੋਂ ਵੀ ਜ਼ਿਆਦਾ ਮੁਸ਼ਕਲਾਂ ਦਾ ਮੈਨੂੰ ਸਾਹਮਣਾ ਕਰਨਾ ਪਏਗਾ, ਪਰ ਉਹਦੇ ਲਈ ਮੈਂ ਰੈਡੀ ਹਾਂ। ਉਸ ਬਿਆਨ ਦਾ ਇੱਕ ਹੋਰ ਵੀ ਹਿੱਸਾ ਸੀ, ਉਹ ਕਹਿ ਰਹੇ ਨੇ ਕਿ ਜੇ ਕੋਈ ਪ੍ਰਬੰਧ ਕਰਵਾਉਂਦਾ ਹੈ ਤਾਂ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ ਤਾਂ ਖੁਦ ਜ਼ਿੰਮੇਵਾਰ ਹੋਏਗਾ। ਕਿਵੇਂ ਦੇਖਦੇ ਹੋ ਇਸ? ਇਹ ਜਥੇਦਾਰ ਜੀ ਦੀ ਸਿੱਧੀ ਧਮਕੀ ਹੈ। ਇਹੋ ਜਿਹੀ ਅਣਸੁਖਾਵੀ ਘਟਨਾਵਾਂ ਜਿੱਦਾਂ ਕਰਕੇ ਵਾਪਰਦੀਆਂ ਨੇ, ਉਹਨਾਂ ਨੂੰ ਸ਼ੈ ਹੈ, ਕਿਉਂਕਿ ਉਹ ਰੋਜ਼-ਰੋਜ਼ ਇਹ ਕੁਝ ਕਰਨ ਦੀ ਟਰਾਈ ਕਰ ਰਹੇ ਹੈ। ਸਿੰਘ ਸਾਹਿਬ ਦਾ ਇਹ ਕਹਿਣਾ ਵੀ ਕੋਈ ਵੀ ਅਣਸੁਖਾਵੀ ਘਟਨਾ ਵਾਪਰੇਗੀ ਉਹਦਾ ਜ਼ਿੰਮੇਵਾਰ ਪ੍ਰਬੰਧਕ ਹੋਣਗੇ, ਇਹ ਇੱਕ ਇਦਾਂ ਸਾਡੇ ਪੰਜਾਬੀ 'ਚ ਕਿਹਾ ਜਾਂਦਾ ਹੈ, ਤੂੰ ਆਪਣਾ ਆਪ ਜ਼ਿੰਮੇਵਾਰ ਹੋਏਗਾ ਜੇ ਆ ਕੰਮ ਹੋ ਗਿਆ। ਇਹ ਸਟੇਟਮੈਂਟ ਉਹਨਾਂ ਦੀ ਜਿਹੜੀ ਹੈ, ਉਹਨਾਂ ਨੂੰ ਹਵਾ ਦੇਣੀ ਹੈ। ਤੇ ਜਿਹੜੀ ਗੱਲ ਆਪਾਂ ਕਰੀਏ ਨਾ ਜੀ ਸਿੰਘ ਸਾਹਿਬ ਦੀ, ਜਥੇਦਾਰ ਸਾਹਿਬ ਦੀ, ਮੇਰੇ ਵਰਗੇ ਬੰਦਿਆਂ ਦੇ ਝੁਕਣ ਦੀ, ਮੈਂ ਹਰ ਇੰਟਰਵਿਊ ਵਿੱਚ ਇਹ ਗੱਲ ਕਹੀ ਹੈ ਜੀ, ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਅਥਾਰਟੀ ਮੰਨਣ ਨੂੰ ਤਿਆਰ ਹਾਂ। ਪਰ ਜੇ ਸਿੰਘ ਸਾਹਿਬ ਜਥੇਦਾਰਾਂ ਵਾਲੀ ਗੱਲ ਕਰੇ, ਕਿਵੇਂ 2 ਦਬਕੇ ਚਾਹੀਦੇ ਨੇ ਜਥੇਦਾਰ ਤੋਂ, ਜਿੰਨਾ ਸਾਰੀ ਕੌਮ ਵੇਖ ਲਵੇਗੀ, ਸਾਰੇ ਲੋਕ ਵੇਖ ਲੈਣਗੇ ਵੀ ਯਾਰ ਢੱਡਰੀਆਂ ਵਾਲਾ ਐਡਾ ਵੱਡਾ ਦਬਕਾ ਝੱਲ ਸਕਦਾ, ਐਡੀ ਵੱਡੀ ਬੇਇੱਜ਼ਤ ਕਰਨ ਵਾਲੀ, ਬੇਇੱਜ਼ਤੀ ਵਾਲਾ ਸ਼ਬਦ ਵੀ ਝੱਲ ਜਾਂਦਾ। ਮੀਡੀਆ ਦੇ ਵਿੱਚ ਸਿੰਘ ਸਾਹਿਬ ਕਹਿ ਦੇਣ, ਧਿਆਨ ਨਾਲ ਸੁਣਿਓ, ਪਹਿਲਾ ਦਬਕਾ ਮਾਰ ਦੇਣ ਹਰਨਾਮ ਸਿੰਘ ਧੁੰਮੇ ਨੂੰ, ਕਹਿਣ ਇੱਕ ਗੱਲ, ਉਹ ਹਰਨਾਮ ਸਿੰਘ ਤੁਸੀਂ ਹੈਗੇ ਆ ਟਕਸਾਲ ਪੰਥ ਨਹੀਂ, ਨਾ ਰਣਜੀਤ ਸਿੰਘ ਪੰਥ ਹੈ। ਪੰਥ ਬੜੀ ਵੱਡੀ ਗੱਲ ਹੈ, ਅਸੀਂ ਬੈਠੇ ਆ ਪੰਥ ਦਾ, ਅਸੀਂ ਅਥਾਰਟੀ ਹੈ। ਤੂੰ ਹਰਨਾਮ ਸਿੰਘ ਅਥਾਰਟੀ ਨਹੀਂ ਹੈ। ਤੈਨੂੰ ਰਣਜੀਤ ਸਿੰਘ ਦੇ ਬਿਆਨਾਂ ਦੀ ਪ੍ਰੋਬਲਮ ਹੈ ਵੀ ਰਣਜੀਤ ਸਿੰਘ ਕਿੰਤੂ ਪਰੰਤੂ ਕਰਦਾ ਆ, ਪ੍ਰਾਤਨ ਮਰਿਆਦਾਵਾਂ ਤੇ ਸਵਾਲ ਉਠਾਉਂਦਾ ਹੈ। ਮੈਂ ਹੈਗਾ ਇੱਥੇ ਬੈਠਾ, ਤੂੰ ਦਿਨ ਦਿਹਾੜੇ ਬੰਦੇ ਭੇਜੇ, ਉਹਨਾਂ ਦਾ ਬੰਦਾ ਮਾਰ ਦਿੱਤਾ। ਸ਼ਬੀਲ ਵਰਗੀ ਰਵਾਇਤ ਨੂੰ ਤੁਸੀਂ ਬਦਨਾਮ ਕਰਕੇ ਕੌਮ ਬਦਨਾਮ ਕਰਦੇ ਹੋ, ਸਿਰ ਨੀਵਾ ਹੁੰਦਾ ਹੈ। ਦੂਜੇ ਨੰਬਰ ਤੇ ਜਦੋਂ ਤੇਰਾ ਜੀ ਕਰਦਾ ਤੁਹਾਡੇ ਬੰਦੇ ਭਾਈ ਅਮਰੀਕ ਸਿੰਘ ਜਨਾਲਾ ਜਾਂ ਦੂਜਾ ਤੀਜਾ ਜਾ ਕੇ ਪ੍ਰੋਗਰਾਮ ਰੋਕ ਦਿਓ। ਅਮਰੀਕਾ ਤੱਕ ਉਸ ਬੰਦੇ ਦਾ ਤੁਸੀਂ ਪਿੱਛਾ ਕਰਨ ਵਾਸਤੇ ਜਾਂਦੇ ਹੋ, ਕੋਈ ਹੱਕ ਨਹੀਂ। ਤੂੰ ਅਥਾਰਟੀ ਨਹੀਂ, ਅਥਾਰਟੀ ਆ ਮੈਂ। ਟਕਸਾਲ ਇੱਕ ਅੰਗ ਹੈ ਪੰਥ ਦਾ। ਪਹਿਲਾ ਦਬਕਾ ਹੋ ਗਿਆ, ਫਿਰ ਦੂਜਾ ਦਬਕਾ, ਓਏ ਰਣਜੀਤ ਸਿੰਘ ਕੱਲ ਦਾ ਜਵਾਬ ਹੈ ਤੂੰ, ਤੇਰੀ ਕੀ ਔਕਾਤ ਹੈ ਕਿ ਤੂੰ ਗ੍ਰੰਥਾਂ ਉੱਤੇ ਜਾਂ ਸੰਪਰਦਾਵਾਂ ਉੱਤੇ ਕੋਈ ਕਿੰਤੂ ਪਰੰਤੂ ਕਰੇ? ਤੈਨੂੰ ਕੋਈ ਹੱਕ ਨਹੀਂ ਬਣਦਾ। ਤੈਨੂੰ ਕੋਈ ਪ੍ਰੋਬਲਮ ਹੈ, ਮੇਰੇ ਨਾਲ ਆ ਕੇ ਗੱਲ ਕਰ, ਮੈਂ ਜਾ ਕੇ ਇਹਨਾਂ ਨਾਲ ਆਪੇ ਗੱਲ ਕਰੂੰਗਾ। ਗ੍ਰੰਥਾਂ ਬਾਰੇ ਗੱਲ ਕਰਨੀ ਹੋਈ ਮੈਂ ਕਰੂੰਗਾ। ਹੋਇਆ ਕੀ ਹੈ ਜੀ, ਪਿਛਲੇ 5 ਸਾਲਾਂ ਵਿੱਚ ਜਦੋਂ ਵੀ ਦਬਕਾ ਵੱਜਿਆ ਮੈਨੂੰ ਵੱਜਿਆ, ਜਦੋਂ ਵੀ ਸਮਝੌਤਾ ਕਰਨ ਦੀ ਗੱਲ ਕਹੀ ਗਈ ਹੈ ਮੈਨੂੰ ਕਹੀ ਗਈ ਹੈ। ਉਹਨਾਂ ਨੂੰ ਗਲਤ ਕਰਨ ਦਾ ਵੀ ਹੱਕ ਹੈ, ਤੂੰ ਜਾ ਕੇ ਗਲਤੀਆਂ ਕਰ, ਉਹਨਾਂ ਦਾ ਬੰਦਾ ਵੀ ਮਾਰ, ਪਰ ਮੈਨੂੰ ਗਲਤ ਨੂੰ ਗਲਤ ਕਹਿਣ ਦਾ ਵੀ ਹੱਕ ਨਹੀਂ। ਪਿਛਲੇ 5 ਸਾਲਾਂ 'ਚ ਜਦੋਂ ਮੈਂ ਅੱਜ ਕੀ ਕਿਹਾ ਜਾਂਦਾ, ਢੱਡਰੀਆਂ ਵਾਲਾ ਗਲਤ ਬੋਲਦਾ, ਪਰ ਜਿਹੜੇ ਗਲਤ ਕਰਦੇ ਨੇ ਕਦੇ ਉਹਨਾਂ ਦੇ ਬਾਰੇ ਕਿਸੇ ਨੇ ਕੁਝ ਕਿਹਾ? ਮਤਲਬ ਕਹਿਣ ਦਾ ਮੈਂ ਕਹਿੰਦਾ ਇੱਕ ਦਬਕਾ, ਤੁਸੀਂ ਹੈਰਾਨ ਹੋ ਜਾਓਗੇ ਵੀ ਰਣਜੀਤ ਸਿੰਘ ਵਰਗਾ ਬੰਦਾ ਜਾ ਕੇ ਹੱਥ ਜੋੜ ਕੇ ਦਬਕਾ ਝੱਲ ਗਿਆ। ਉਹ ਕਹਿੰਦਾ ਹਾਂਜੀ 7 ਬਚਨ। ਅੱਜ ਤੋਂ ਬਾਅਦ ਢੱਡਰੀਆਂ ਵਾਲੇ ਦੀ ਜ਼ਬਾਨ ਖੁੱਲ ਗਈ ਤਾਂ ਮੈਂ ਦੇਣਦਾਰ ਹਾਂ। ਮੈਂ ਕਦੇ ਵੀ ਕਿਸੇ ਗੱਲ ਦੇ ਉੱਤੇ ਮੈਂ ਨਹੀਂ ਬੋਲੂੰਗਾ, ਪਰ ਉਹਨਾਂ ਨੇ ਦਬਕਾ ਨਹੀਂ ਚੱਲਣਾ। ਸਿੰਘ ਸਾਹਿਬ ਮੀਡੀਆ ਸਾਹਮਣੇ ਬੋਲ ਕੇ ਅੰਦਰ ਤੱਕ ਨਹੀਂ ਜਾਣਗੇ, ਇਹਨਾਂ ਦੀ ਹੱਥ 'ਚ ਫੜੀ ਕਿਰਪਾਨ ਖੋਹ ਲੈਣੀ ਹੈ, ਕਹਿਣਗੇ ਨਵਾਂ ਜਥੇਦਾਰ ਆਏਗਾ। ਹੁਣ ਤੂੰ ਕੌਣ ਹੁੰਦਾ ਸਾਡੇ ਵਰਗੇ ਬੰਦਿਆਂ ਨੂੰ ਦਬਕਾ ਮਾਰ? ਅਸੀਂ ਪੰਥ ਦੇ ਮਾਲਕ ਹਾਂ,
ਇਹ ਗੁੰਡਾਗਰਦੀ ਕਰਦੇ ਆ। 2 ਦਬਕੇ ਜਥੇਦਾਰ ਮਾਰ ਕੇ ਵੇਖ ਲੈਣ, ਰਣਜੀਤ ਸਿੰਘ ਚੱਲਦਾ ਕਿ ਟਕਸਾਲ ਚੱਲਦੀ ਹੈ, ਪਤਾ ਤੁਸੀਂ ਕਹਿੰਦੇ ਹੋ 2 ਚੋਂ 1 ਦਬਕਾ ਤਾਂ ਮਾਰ ਰਹੇ ਆ। 1 ਦਬਕਾ ਤਾਂ ਲਗਾਤਾਰ ਮਾਰ ਰਹੇ ਆ। ਨਹੀਂ, ਪਰ ਉਹ ਕਮੇਟੀ ਵੀ ਬਣਾ ਰਹੇ ਆ, ਉਹ ਕਮੇਟੀ ਬਣਾ ਕੇ ਵੀ ਤੁਹਾਡੇ ਤੱਕ ਪਹੁੰਚ ਕਰਦੇ ਨੇ। ਉਹ ਦੇਖੋ ਜੀ, ਟਕਸਾਲ ਬਾਰੇ ਕੋਈ ਬੰਦਾ ਸਟੇਟਮੈਂਟ ਦਿੰਦਾ ਆ, ਉਹ ਪ੍ਰੋਫੈਸਰ, ਉਹਨਾਂ ਵਿੱਚ 3 ਤੋਂ ਵੱਧ ਉਹ ਨੇ ਜਿਹੜੇ ਜਾ ਕੇ ਏਦਾਂ ਮਾਫੀਆਂ ਮੰਗਾਉਂਦੇ ਆ। ਬਾਬਾ ਹਰਨਾਮ ਸਿੰਘ ਜੀ ਦੇ ਚਮਚੇ, ਮੇਰੀ ਭਾਸ਼ਾ ਤਾਂ ਸਿੱਧੀ ਹੈ, ਜਦੋਂ ਚਮਚਾਗਿਰੀ ਕਰਦੇ ਆ ਤਾਂ ਚਮਚੇ ਨੂੰ ਚਮਚਾ ਕਹਿਣਾ ਕੋਈ ਮਾੜਾ ਨਹੀਂ। ਜਿਹੜੇ ਪ੍ਰੋਫੈਸਰਾਂ ਦੀ ਗੱਲ ਕਰਦੇ ਆ, ਟਕਸਾਲ ਦੇ ਰੱਜ ਕੇ ਚਮਚੇ ਐ, ਪੜ੍ਹੇ ਲਿਖੇ ਜ਼ਰੂਰ ਹੈ। ਖਾਲਸਾ ਕਾਲਜ ਵਿੱਚ ਕੋਈ ਬੰਦਾ ਗਲਤ ਬੋਲੇ, ਟਕਸਾਲ ਨੂੰ ਲਿਖਤੀ ਮਾਫੀ ਜਾ ਕੇ ਹਰਨਾਮ ਸਿੰਘ ਨੂੰ ਵੀ ਕੋਈ ਬੋਲਣ ਨਹੀਂ ਦਿੰਦੇ। ਇਹ ਕਮੇਟੀ ਦੇ ਵਿੱਚ ਪਾਏ ਹੋਏ ਆ। ਉਹੋ ਜਿਹੇ ਬੰਦਿਆਂ ਸਾਹਮਣੇ ਪੇਸ਼ ਹੋ ਕੇ ਮੈਂ ਕੀ ਇਨਸਾਫ ਦੀ ਆਸ ਨਹੀਂ, ਤੁਹਾਨੂੰ ਲੱਗਦਾ ਬੜਾ ਡਿਜੀਟਲ ਯੁੱਗ ਆ ਗਿਆ ਹੁਣ ਕਿ ਤੁਸੀਂ ਕਮੇਟੀ ਦੇ ਨਾਲ ਗੱਲ ਕਰਦੇ, ਉਹਨਾਂ ਦੀ ਵੀਡੀਓ ਤੁਸੀਂ ਕਹਿ ਦਿੰਦੇ ਕਿ ਬਈ ਮੈਨੂੰ ਮੈਂ ਸਾਰੀ ਦੀ ਵੀਡੀਓ ਬਣਾਉਂਗਾ, ਮੈਂ ਲੋਕਾਂ ਸਾਹਮਣੇ ਲੈ ਕੇ ਆਉਂਗਾ, ਮੈਂ ਆਡੀਓ ਰਿਕਾਰਡਿੰਗ ਕਰੂੰਗਾ, ਕਿ ਅੰਦਰ ਕੁਝ ਵੀ ਹੁੰਦਾ, ਇੱਕ ਕਮੇਟੀ ਦੇ 5 ਬੰਦੇ ਬੈਠੇ ਆ, ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੋ, ਸਾਰਾ ਸੰਗਤ ਦੇ ਸਾਹਮਣੇ ਰੱਖਦੇ ਹੋ। ਹੁਣ ਵੀ ਕੋਈ ਪ੍ਰੋਬਲਮ ਨਹੀਂ, ਇਨਵੈਸਟੀਗੇਸ਼ਨ ਹੋ ਗਈ ਹੈ, ਸਿੰਘ ਸਾਹਿਬ ਤੱਕ ਪਹੁੰਚ ਗਈ ਹੈ, ਸਿੰਘ ਸਾਹਿਬ ਕੋਲ ਵੀਡੀਓ ਨੇ ਮੇਰੀਆਂ, ਮੇਰੇ ਬਿਆਨ ਨੇ। ਇੱਕ ਵਾਰ ਜਿੱਥੇ ਮਰਜ਼ੀ ਕਹਿਣ, ਮੈਂ ਬੈਠ ਜਾਣਾ, ਮੈਨੂੰ ਸੁਣਾ ਦੇਣ ਲਗਾਤਾਰ ਕਲਿੱਪਿੰਗ ਮੇਰੀ ਜੋ ਵੀ ਹੈਗੀ ਹੈ, ਵੀ ਮੈਂ 10 ਮਿੰਟ ਦਾ ਕਿੱਥੇ, 20 ਮਿੰਟ ਦਾ ਕਿੱਥੇ, ਕਿਹੜੀ ਜਗ੍ਹਾ ਮੈਂ ਗਲਤ ਬੋਲਿਆ। ਮੈਂ ਤਾਂ ਕਿਹਾ ਮੈਂ ਲੰਮਾ ਪੈ ਕੇ ਜਥੇਦਾਰ ਸਾਹਿਬ ਨੂੰ ਨਮਸਕਾਰ ਕਰੂੰਗਾ ਵੀ ਸੱਚੀ ਮੈਂ ਗੁਰੂ ਸਾਹਿਬ ਬਾਰੇ ਗਲਤ ਬੋਲਦਾ ਸੀ। ਯਾਰ ਇਹ ਮੈਨੂੰ ਕਿਉਂ ਨਹੀਂ ਪਤਾ ਲੱਗਾ ਕਿ ਮੈਂ ਦਰਬਾਰ ਸਾਹਿਬ ਬਾਰੇ ਗਲਤ ਬੋਲਦਾ ਸੀ। ਮੈਂ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਬੋਲ ਰਿਹਾ, ਜਾਂ ਮੈਂ ਕੋਈ ਦਰਬਾਰ ਸਾਹਿਬ ਬਾਰੇ ਜਾਂ ਅਕਾਲ ਤਖਤ ਬਾਰੇ ਮੈਂ ਗਲਤ ਬੋਲ ਰਿਹਾ, ਮੈਨੂੰ ਪਤਾ ਹੀ ਨਹੀਂ ਲੱਗਿਆ। ਕਿ ਤੁਹਾਨੂੰ ਸੁਣ ਗਿਆ, ਮੈਨੂੰ ਸੁਣਿਆ ਹੀ ਨਹੀਂ। ਜਿਹੜੇ ਬੰਦੇ ਨੇ ਬੋਲਿਆ ਉਹਨੂੰ ਨਹੀਂ ਪਤਾ। ਅੱਜ ਜੇ ਰਣਜੀਤ ਸਿੰਘ ਗੁਰੂ ਸਾਹਿਬ ਬਾਰੇ ਗਲਤ ਬੋਲਿਆ ਹੁੰਦਾ ਨਾ ਜੀ, ਇੰਨਾ ਟਾਈਮ ਨਹੀਂ ਸੀ ਲੱਗਣਾ, 4 ਮਹੀਨੇ ਨਹੀਂ ਸੀ ਲੱਗਣਾ। ਇਹਨਾਂ ਕੋਲ ਤਾਂ ਇੱਕ ਹਥਿਆਰ ਸੀ, ਰਣਜੀਤ ਸਿੰਘ ਦੀ ਸਟੇਟਮੈਂਟ। ਇੰਨਾ ਟਾਈਮ 3 ਮੌਕੇ ਮੈਨੂੰ ਮਿਲਦੇ, ਕਮੇਟੀਆਂ ਵਾਲੇ ਬਾਰ-ਬਾਰ ਆਉਂਦੇ। ਕਿਉਂ ਆਏ? ਉਹਦਾ ਕਾਰਨ ਸੀ ਕਿ ਮੈਨੂੰ ਪਤਾ ਹੈ ਕਿ ਮੈਂ ਗਲਤ ਨਹੀਂ ਬੋਲਿਆ। ਮੈਂ ਏਡਾ ਵੱਡਾ ਚੈਲੰਜ ਜਥੇਦਾਰ ਨੂੰ ਕਿਉਂ, ਜਥੇਦਾਰ ਜੀ ਤੇ 1 ਮਿੰਟ 'ਚ ਮੰਨ ਲੈਣਾ ਸੀ। ਉਹਨਾਂ ਨੂੰ ਪਤਾ ਆ ਵੀ ਮੈਂ ਸਟੇਟਮੈਂਟ ਦਊਂਗਾ ਕੀ, ਲਿਜਾ ਕੇ ਸੁਣਾਉਂਗਾ ਕੀ। 1 ਮਿੰਟ ਦਾ ਕੱਟਿਆ ਕਲਿੱਪ ਮੈਂ ਸੁਣਾਉਂਗਾ, ਉਹਨੇ 10 ਮਿੰਟ ਦਾ ਸੁਣਾ ਦੇਣਾ। ਉਹਨੂੰ ਪਤਾ ਹੈ ਮੇਰੇ ਸਿਸਟਮ ਦਾ ਵੀ ਮੈਂ ਗਲਤ ਸਟੇਟਮੈਂਟ ਦੇ ਕੇ 50-50 ਹਜ਼ਾਰ ਬੰਦੇ ਦਾ ਇਕੱਠ ਕਰੂੰਗਾ। ਲੋਕੀ ਪਾਗਲ ਥੋੜਾ ਜਿਹੜੇ ਮੈਨੂੰ ਸੁਣ ਰਹੇ ਆ। ਮੈਂ ਕਹਿ ਰਿਹਾ ਸਿੰਘ ਸਾਹਿਬ ਦੀ ਸਟੇਟਮੈਂਟਸ ਚਾਹੀਦੀ ਸੀ ਉਹ ਦੁਨੀਆ ਦੇ ਲੋਕੀ ਕਹਿੰਦੇ ਜਿਹੜੇ ਜਥੇਦਾਰ ਨੇ ਇਹ ਪੱਖਪਾਤੀ ਨੇ। ਤੁਸੀਂ ਰਣਜੀਤ ਸਿੰਘ ਨੂੰ ਸੁਣੋ, ਇਹ ਕਿੱਡੀ ਬਕਵਾਸ ਕਰਦਾ, ਇਹਦੀਆਂ ਵੀਡੀਓ ਸੁਣੋ, ਇਹਨੂੰ ਲਗਾਤਾਰ ਸੁਣਿਆ ਕਰੋ। ਸਾਰੀ ਸਿੱਖ ਜਗਤ ਦੀਆਂ ਅੱਖਾਂ ਖੁੱਲ ਜਾਣੀਆਂ ਵੀ ਰਣਜੀਤ ਸਿੰਘ ਬਹੁਤ ਗਲਤ ਬੋਲਦਾ। ਜਥੇਦਾਰ ਜੀ ਨੂੰ ਚਾਹੀਦਾ, ਦੇਖੋ ਮੈਂ ਕਹਿੰਦਾ ਗ੍ਰੰਥਾਂ ਦੇ ਵਿੱਚ ਗਲਤ ਲਿਖਿਆ, ਸੂਰਜ ਪ੍ਰਕਾਸ਼ ਖਰੀਦੋ ਤੇ ਖਰੀਦ ਕੇ ਪੜੋ। ਇਹਨਾਂ ਗ੍ਰੰਥਾਂ ਦੇ ਵਿੱਚ ਗੁਰੂ ਸਾਹਿਬ ਬਾਰੇ ਬਹੁਤ ਕੁਫਰ ਤੋਲਿਆ ਗਿਆ ਹੈ, ਉਹਨਾਂ ਦੀ ਬਦਨਾਮੀ ਕੀਤੀ ਹੈ, ਜ਼ਹਿਰ ਲਪੇਟ ਕੇ ਦਿੱਤੀ ਹੈ ਖੰਡ ਵਿੱਚ। ਚੰਗੀਆਂ ਉਹਨਾਂ ਦੀ ਵਡਿਆਈ ਕਰਦੇ ਆ, ਵਡਿਆਈ ਕਰਦਿਆਂ ਵਿੱਚ ਐਸੀ ਜ਼ਹਿਰ ਦੇ ਦਿੰਦੇ ਆ, ਆਪਾਂ ਹੈਰਾਨ ਹੋ ਜਾਂਦੇ ਆ। ਮੈਂ ਕਹਿੰਦਾ ਖਰੀਦੋ, ਆਪ ਪੜੋ। ਮੈਂ ਇਹ ਸਟੇਟਮੈਂਟ ਦੇ ਰਿਹਾ। ਸਿੰਘ ਸਾਹਿਬ ਨੂੰ ਲੱਗਦਾ ਹੈ ਵੀ ਰਣਜੀਤ ਸਿੰਘ ਗਲਤ ਬੋਲਦਾ, ਉਹ ਕਹਿਣ ਰਣਜੀਤ ਸਿੰਘ ਨੂੰ ਖੁਦ ਸੁਣੋ, ਇਸ ਬੰਦੇ ਨੂੰ ਸੁਣੋ, ਇਹ ਕਿੰਨਾ ਗਲਤ ਬੋਲਦਾ। ਦੁਨੀਆ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਠੀਕ ਹੈ, ਤੁਸੀਂ ਧਮਕੀ ਦਾ ਜ਼ਿਕਰ ਕੀਤਾ ਕਿ ਜੋ ਜਥੇਦਾਰ ਸਾਹਿਬ ਦਾ ਬਿਆਨ ਆ ਉਹ ਧਮਕੀ ਹੈ। ਦੇਖੋ ਲੋਕਤੰਤਰ ਦੇ ਵਿੱਚ ਕਿਸੇ ਨੂੰ ਧਮਕੀ ਤਾਂ ਨਹੀਂ ਦਿੱਤੀ ਜਾ ਸਕਦੀ, ਤੇ ਤੁਸੀਂ ਵੀ ਸਮਝਦੇ ਹੋ ਜੀ। ਤੇ ਹਰ ਕਿਸੇ ਕੋਲ ਜੇਕਰ ਕੋਈ ਧਮਕੀ ਦਵੇ ਤਾਂ ਕਾਰਵਾਈ ਵਾਲਾ ਆਪਸ਼ਨ ਹਮੇਸ਼ਾ ਰਹਿੰਦਾ ਹੈ, ਤੁਹਾਡੇ ਕੋਲ ਵੀ ਹੈ। ਸੋਚ ਕੇ ਵੇਖੋ ਵੀ ਮੈਂ ਆ ਸ਼ਬਦ ਮੈਂ ਕਿਸੇ ਨੂੰ ਗਾਲਾਂ ਨਹੀਂ ਕੱਢਦਾ, ਪਰ ਮੈਂ ਸਿੱਧਾ ਗੁੰਡੇ ਕਹਿਣਾ, ਗੁੰਡਾਗਰਦੀ ਕਰਨ ਵਾਲਿਆਂ ਨੂੰ ਗੁੰਡੇ ਕਹਿਣਾ, ਗਲਤ ਕਹਿਣ ਵਾਲਿਆਂ ਨੂੰ ਗਲਤ ਕਹਿਣਾ। ਪਰ ਫਿਰ ਵੀ ਸਾਰਾ ਮੀਡੀਆ ਮੈਨੂੰ ਆ ਕੇ ਕਹਿੰਦਾ ਰਣਜੀਤ ਸਿੰਘ ਜੀ ਗੁਰਮੁਖ ਬੈਸੋ ਸਫਾ ਵਿਛਾਏ, ਇਕੱਠੇ ਬਹਿਣਾ ਚਾਹੀਦਾ ਆ। ਮੈਨੂੰ ਆ ਕੇ ਮੀਡੀਆ ਵੀ ਕਹਿੰਦਾ, ਮੈਨੂੰ ਆ ਕੇ ਪੜ੍ਹਿਆ ਲਿਖਿਆ ਤਬਕਾ ਵੀ ਕਹਿੰਦਾ, ਮੈਨੂੰ ਆ ਕੇ ਬੁੱਧੀਜੀਵੀ ਵਰਗ ਵੀ ਕਹਿੰਦਾ। ਪਰ ਉਹ ਬੁੱਧੀਜੀਵੀ ਵਰਗ ਮੈਨੂੰ ਤਾਂ ਸਫਾ ਵਿਛਾਏ, ਇਕੱਠੇ ਹੋ ਕੇ ਚੱਲੀਏ, ਭਰਾ ਚੱਲੀਏ, ਭਰਾ ਮਾਰੂ ਜੰਗ ਨਾ ਹੋਵੇ, ਮੈਨੂੰ ਤਾਂ ਇਹ ਕਹਿੰਦੇ ਆ। ਪਰ ਕਦੀ ਇਹ ਬੁੱਧੀਜੀਵੀ ਪੜ੍ਹੇ ਲਿਖੇ ਬੰਦੇ ਇਹ ਹਰਨਾਮ ਸਿੰਘ ਧੁੰਮੇ ਕੋਲ ਨਹੀਂ ਗਏ ਜਿਨ੍ਹਾਂ ਨੇ ਕਿਹਾ ਹੋਵੇ ਭਰਾ ਇਕੱਠੇ ਬੈਠੋ। ਐਡਾ ਵੱਡੀ ਸਟੇਟਮੈਂਟ ਅੱਜ ਪੱਤਰਕਾਰ ਪਹੁੰਚੇ। ਹੁਣ ਸਿੰਘ ਸਾਹਿਬ ਕਦੋਂ ਬਾਹਰ ਨਿਕਲੋਗੇ? ਸਾਨੂੰ ਦਰਦ ਬਹੁਤ ਹੈ, ਕੌਮ ਅੱਡ ਹੋ ਜਾਣੀ ਹੈ। ਰਣਜੀਤ ਸਿੰਘ ਤੋਂ ਤਾਂ ਸਭ ਨੇ ਪੁੱਛਣਾ ਹੈ ਵੀ ਭਰਾ ਮਾਰੂ ਜੰਗ ਤੋਂ ਇਲਾਜ ਕੀ ਹੈ, ਪਰ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਕਿ ਤੁਸੀਂ ਧੱਕਾ ਕਰੀ ਜਾਂਦੇ ਆ। ਵੀਰ ਜੀ ਟਕਸਾਲ ਚਾਹੀ ਕੈਮਰਾ ਲੈ ਕੇ ਜਾਓ ਤੇ ਜਿੱਦਾਂ ਸਵਾਲ ਮੈਨੂੰ ਕੀਤਾ ਹਰਨਾਮ ਸਿੰਘ ਨੂੰ ਕਰਕੇ ਵੇਖਿਓ, ਇਹ ਸਿਰ ਨੰਗੇ ਬੈਠ ਕੇ ਵੇਖਿਓ। ਤੁਸੀਂ ਕਿਉਂ? ਮੈਂ ਇੱਕ ਪੱਤਰਕਾਰ, ਆਪਾਂ ਤਾਂ ਬਾਹਰ ਬੈਠੇ, ਆਪਾਂ ਕਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਆ? ਮੈਂ ਇਜਾਜ਼ਤ ਲੈ ਕੇ ਬੈਠੇ ਮਤਲਬ ਤੁਸੀਂ ਕਿਉਂ? ਮੈਂ ਕਿਹੜਾ ਮਰ ਦੀ ਹਜ਼ੂਰੀ ਵਿੱਚ ਬੈਠਾ, ਆਪਾਂ ਤਾਂ ਕਮਰੇ 'ਚ ਬੈਠੇ ਆ। ਬਿਲਕੁਲ, ਕੀ ਪ੍ਰੋਬਲਮ ਹੈ? ਮੈਂ ਆਪਣੇ ਸਟਾਈਲ 'ਚ ਬੈਠਾ, ਤੁਸੀਂ ਆਪਣੇ ਸਟਾਈਲ 'ਚ ਬੈਠੋ, ਬਹਿ ਕੇ ਵਿਖਾਇਓ।
ਇੱਕ ਸਵਾਲ ਜਿੱਦਾਂ ਦਾ ਮੈਨੂੰ ਤੁਸੀਂ ਕਰਦੇ ਆ ਹਰਨਾਮ ਸਿੰਘ ਨੂੰ ਕਰਕੇ ਦਿਖਾਓ। ਨਹੀਂ ਦੇਖੋ ਸਵਾਲ ਪਤਾ ਕਿਉਂ, ਕਿਉਂਕਿ ਤੁਹਾਡੀਆਂ ਵੀਡੀਓਜ਼ ਸਾਰੀ ਦੁਨੀਆ ਦੇਖਦੀ ਹੈ, ਹਾਂਜੀ, ਪੱਤਰਕਾਰਾਂ ਤੱਕ ਸਾਡੇ ਤੱਕ ਵੀ ਪਹੁੰਚਦੀ ਹੈ। ਉਹਦੇ ਨੀਚੇ ਬਹੁਤ ਸਾਰੇ ਜੇ ਦੇਖੀਏ ਤਾਂ ਉਹਦੇ ਵਿੱਚ ਕੁਝ ਐਸੇ ਕਮੈਂਟ ਵੀ ਆਣੇ ਸ਼ੁਰੂ ਹੋ ਗਏ ਜੋ ਕਹਿੰਦੇ ਨੇ ਕਿ ਨਹੀਂ ਜੀ ਢੱਡਰੀਆਂ ਵਾਲੇ ਜੀ ਨੂੰ ਜਾਣਾ ਚਾਹੀਦਾ ਸੀ, ਪੇਸ਼ ਹੋਣਾ ਚਾਹੀਦਾ। ਦੇਖੋ ਬਰਲਿਨ ਦੀ ਦੀਵਾਰ ਗਿਰ ਗਈ, ਉਹ ਗੱਲਬਾਤ ਨਾਲ ਗਿਰੀ ਨਾ। ਬਹੁਤ ਵੱਡੇ ਵੱਡੇ ਦੁਨੀਆ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਉਹ ਸੌਰਟ ਆਊਟ ਹੋਈਆਂ, ਉਹ ਗੱਲਬਾਤ ਦੇ ਜ਼ਰੀਏ ਹੋਈਆਂ। ਕਿ ਜੇ ਆਪਾਂ ਵਿਚਾਰ ਚਰਚਾ ਅੱਗੇ ਨਹੀਂ ਵਧੇਗੀ ਤਾਂ ਸੋਲੂਸ਼ਨ ਕੀ ਹੈ ਤੁਹਾਡੇ ਹਿਸਾਬ ਨਾਲ? ਮੇਰਾ ਮਸਲਾ ਇਹ ਹੈ ਵੀ ਵਿਚਾਰ ਚਰਚਾ, ਮੈਂ ਤਾਂ ਤੁਹਾਨੂੰ ਕਹਿ ਹੀ ਰਿਹਾ ਨਾ ਜੀ ਵੀ ਮੈਂ ਤਾਂ ਸਦਾ ਹੀ ਜਾਣ ਨੂੰ ਤਿਆਰ ਆ, ਪਰ ਜੱਜ ਜੇ ਜਾ ਕੇ ਤੁਹਾਡੀ ਕਿਸ ਨਾਲ ਹੋਗੀ ਲੜਾਈ, ਤੇ ਜੱਜ ਜਾ ਕੇ ਤੁਹਾਡੇ ਜਿਹਦੇ ਨਾਲ ਤੁਸੀਂ ਲੜੇ ਉਹਦੇ ਨਾਲ ਬਹਿ ਕੇ ਇਕੱਠੇ ਪੀਂਦੇ ਆ, ਖਾਂਦੇ ਆ, ਮौज ਕਰਦੇ ਆ, ਤੇ ਤੁਸੀਂ ਉਹਨਾਂ ਜੱਜਾਂ ਤੋਂ ਇਨਸਾਫ ਕਿੱਦਾਂ ਪਾਲਦੇ ਆ? ਮੇਰੀ ਪ੍ਰੋਬਲਮ ਇਹ ਹੈ, ਇਹ ਬੰਦੇ ਸਾਰੇ ਯਾਰ ਸਿੱਖ ਕੌਮ ਨੂੰ ਪਤਾ ਆ। ਇੱਕ ਗੱਲ ਦੇਖੋ, ਮੈਂ ਹਰ ਜਗ੍ਹਾ ਬੋਲਿਆ, ਮੈਂ ਫਿਰ ਕਹਿਣਾ, ਅਕਾਲ ਤਖਤ ਸਾਹਿਬ ਨਾਲ ਢੱਡਰੀਆਂ ਵਾਲੇ ਨੇ ਮੱਥਾ ਲਾ ਲਿਆ, ਐਡੀ ਇਹ ਗੱਲ ਕਿਵੇਂ ਹੋ ਗਈ? ਕੀ ਅਕਾਲ ਤਖਤ ਸਾਹਿਬ ਨੇ ਮੈਂ ਮੱਥਾ ਨਹੀਂ ਟੇਕੂੰਗਾ ਜੇ ਮੈਂ ਜਾਊਂਗਾ? ਮੈਂ ਦਰਬਾਰ ਸਾਹਿਬ ਮੱਥਾ ਨਹੀਂ ਟੇਕੂੰਗਾ? ਦੇਖੋ ਅਕਾਲ ਤਖਤ ਸਾਹਿਬ ਸਾਹਮਣੇ ਆਉਂਦਾ ਤੇ ਦਰਬਾਰ ਸਾਹਿਬ ਸਾਹਮਣੇ ਆਉਂਦਾ। ਸਾਡੇ ਸਾਹਮਣੇ ਆਉਂਦੇ ਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਇੱਧਰ ਸਾਹਮਣੇ ਆਉਂਦੇ ਨੇ ਗੁਰੂ ਰਾਮਦਾਸ। ਸਾਰਿਆਂ ਦਾ ਦਿਮਾਗ ਇੱਕਦਮ ਪਿਕਚਰ ਆ ਜਾਂਦੀ ਹੈ। ਬਿਲਕੁਲ ਮੈਂ ਕਹਿੰਦਾ ਆ ਇਹ ਤਾਂ ਠੀਕ ਹੈ, ਪਰ ਅਕਾਲ ਤਖਤ ਆਵੇ ਤੇ ਗੁਰੂ ਹਰਗੋਬਿੰਦ ਸਾਹਿਬ ਆਉਣ, ਇਹ ਤਾਂ ਗੱਲ ਠੀਕ ਹੈ। ਬਿਲਕੁਲ। ਪਰ ਅੱਜ ਪਤਾ ਦਿਮਾਗ 'ਚ ਕੀ ਵਾੜ ਦਿੱਤਾ ਹੈ? ਅਕਾਲ ਤਖਤ ਸਾਹਿਬ ਤੇ ਪਿਕਚਰ ਆ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ, ਅਕਾਲ ਤਖਤ ਸਾਹਿਬ ਪਿਕਚਰ ਆ ਰਹੀ ਹੈ ਗਿਆਨੀ ਗੁਰਬਚਨ ਸਿੰਘ। ਇਹ ਪ੍ਰਬੰਧਕ ਨੇ, ਇਹ ਸੰਚਾਲਕ ਨੇ। ਸੰਚਾਲਕ ਵਿੱਚ ਬਹੁਤ ਗਲਤੀਆਂ ਹੋ ਸਕਦੀਆਂ ਨੇ। ਜਿਹੜਾ ਦਰਬਾਰ ਸਾਹਿਬ ਤੁਸੀਂ ਲੰਘ ਕੇ ਆਏ ਹੋ ਪਰਮੇਸ਼ਰ ਦਵਾਰ ਦੇ ਵਿੱਚ, ਇਸ ਦਰਬਾਰ ਦੇ ਅੱਗੇ ਕਿ ਕੋਈ ਵੀ ਮੱਥਾ ਨਹੀਂ ਲਾ ਸਕਦਾ, ਚਾਹੇ ਹਰਨਾਮ ਸਿੰਘ ਤੋਂ ਮਾਮੀ ਹੈ, ਉਹ ਦਰਬਾਰ ਸਾਹਿਬ ਦੇ ਆਪ ਵਿੱਚ ਆ ਕੇ ਮੱਥਾ ਟੇਕੇਗਾ। ਬਿਲਕੁਲ। ਚਾਹੇ ਹਰਪ੍ਰੀਤ ਸਿੰਘ ਹੈ, ਮੱਥਾ ਟੇਕੇਗਾ, ਪਰ ਜ਼ਰੂਰੀ ਨਹੀਂ ਉਹ ਰਣਜੀਤ ਸਿੰਘ ਨਾਲ ਸਹਿਮਤ ਹੋਣ। ਇੱਥੇ ਲੱਖਾਂ ਲੋਕ ਨੇ ਦਰਬਾਰ ਸਾਹਿਬ ਦੀ ਰਿਸਪੈਕਟ ਕਰਦੇ ਆ, ਮੈਨੂੰ ਤਾਂ ਮਿਲਦੇ ਵੀ ਨਹੀਂ, ਮੇਰੇ ਨਾਲ ਨਹੀਂ ਸਹਿਮਤ। ਮੈਂ ਉੱਥੋਂ ਦੇ ਪ੍ਰਬੰਧਕਾਂ ਨਾਲ ਨਹੀਂ ਸਹਿਮਤ, ਮੈਂ ਉੱਥੋਂ ਦੇ ਸਿਸਟਮ ਨਾਲ, ਕਰਪਟ ਸਿਸਟਮ ਨਾਲ ਨਹੀਂ ਸਹਿਮਤ। ਪਰ ਕਿਹਾ ਕੀ ਜਾ ਰਿਹਾ? ਢੱਡਰੀਆਂ ਵਾਲਾ ਮਤਲਬ ਜਥੇਦਾਰ ਦੀ ਗੁਲਾਮੀ ਨਹੀਂ ਕੀਤੀ, ਮਤਲਬ ਅਕਾਲ ਤਖਤ ਨਾਲ ਮੱਥਾ ਲਾ ਲਿਆ। ਜਥੇਦਾਰ ਨੂੰ 5-4 ਸਵਾਲ ਕਰ ਲਏ, ਮਤਲਬ ਅਕਾਲ ਤਖਤ ਗੁਰੂ ਦਾ ਦੁਖੀ ਬਣ ਗਿਆ। ਇਹ ਕਿਵੇਂ ਹੋ ਗਿਆ? ਇਸ ਗੱਲ ਨਾਲ ਫਰਕ ਨਹੀਂ। ਅਕਾਲ ਤਖਤ ਸਾਹਿਬ, ਮੈਂ ਤਾਂ ਮੈਨੂੰ ਕੱਲ ਪੱਤਰਕਾਰ ਪੁੱਛਦੇ ਸੀ ਕਦੋਂ ਜਾਓਗੇ, ਮੈਂ ਕਿਹਾ ਚਲੋ ਚਲੀਏ। ਮੈਂ ਕਿਹਾ ਲੈ ਚੱਲਦੇ ਆ ਕੈਮਰੇ, ਚਲੋ। ਨਾਲੇ ਮੈਂ ਦਰਬਾਰ ਸਾਹਿਬ 'ਚ ਮੱਥਾ ਟੇਕਦਾ, ਨਾਲੇ ਅਕਾਲ ਤਖਤ ਮੱਥਾ ਟੇਕਦਾ। ਸਾਡੇ ਵੱਡਿਆਂ ਦਾ ਸਥਾਨ ਹੈ, ਸਾਡਾ ਸਥਾਨ ਹੈ, ਸਾਡਾ ਸਭ ਦਾ ਸਾਂਝਾ ਹੈ, ਸਾਡਾ ਗੁਰਦੁਆਰਾ ਹੈ, ਸਾਡੇ ਗੁਰਸਥਾਨ ਨੇ, ਸਾਡੇ ਪਾਤਸ਼ਾਹਾਂ ਦਾ ਘਰ ਹੈ। ਅਸੀਂ ਚੱਲਾਂਗੇ। ਉਹਨਾਂ ਨੇ ਉੱਥੇ ਇਨਕਲਾਬੀ ਲਹਿਰ ਚਲਾਈ ਹੈ, ਉੱਥੇ ਬੈਠੇ ਸੀ ਉਹ। ਚੱਲਦੇ ਆ, ਮੱਥਾ ਟੇਕਦੇ ਆ। ਪਰ ਜੇ ਮੈਨੂੰ ਸਕੱਤਰੇਤ ਪੇਸ਼ ਹੋਣ ਨੂੰ ਕਹਿਣਾ, ਫਿਰ ਨਹੀਂ ਮੈਂ ਜਾਣਾ। ਅਕਾਲ ਤਖਤ ਦੀ ਫੋਟੋ ਨਾ ਲਾਓ, ਢੱਡਰੀਆਂ ਵਾਲਾ ਤੇ ਅਕਾਲ ਤਖਤ ਏਦਾਂ ਨਾ ਕਰੋ। ਢੱਡਰੀਆਂ ਵਾਲਾ ਤੇ ਸਕੱਤਰੇਤ ਏਦਾਂ ਕਰੋ, ਏਦਾਂ ਬਰਾਬਰ ਬਰਾਬਰ ਲਾਓ ਵੀ ਸਕੱਤਰੇਤ ਵਿੱਚ ਬੈਠੇ ਪੰਜ ਸਿੰਘ ਸਹਿਬਾਨ, ਉਹਨਾਂ ਦੀ ਫੋਟੋ ਤੇ ਆ ਢੱਡਰੀਆਂ ਵਾਲਾ। ਦੱਸੋ, ਇਹ ਨਹੀਂ ਵੀ ਅਕਾਲ ਤਖਤ ਦੀ ਰਿਸਪੈਕਟ ਹੈ, ਉਹ ਢੱਡਰੀਆਂ ਵਾਲਾ ਵੀ ਕਰਦਾ, ਸਾਰੀ ਦੁਨੀਆ ਕਰਦੀ ਹੈ। ਪਰ ਇਹਨੂੰ ਅਕਾਲ ਤਖਤ ਬਨਾਮ ਢੱਡਰੀਆਂ ਵਾਲਾ ਨਾ ਬਣਾਇਆ ਜਾਵੇ। ਅਕਾਲ ਤਖਤ ਢੱਡਰੀਆਂ ਵਾਲਾ ਬਨਾਮ ਜਥੇਦਾਰ, ਕਰਪਟ ਜਥੇਦਾਰ, ਮਾੜਾ ਸਿਸਟਮ, ਉਹਦੇ ਬਾਰੇ ਗੱਲ ਕੀਤੀ ਜਾਣੀ। ਮੈਂ ਵੀ ਇਹੀ ਸਵਾਲ ਪੁੱਛ ਰਿਹਾ ਸੀ ਕਿ ਕਿਹਨੂੰ ਅਸੀਂ ਵਰਸਸ ਕਰੀਏ। ਆਮ ਤੌਰ ਤੇ ਕੋਈ ਵੀ ਕੇਸ ਹੁੰਦਾ ਨਾ, ਕੋਈ ਮਾਮਲਾ ਹੋਵੇ, ਤਾਂ ਹੁਣ ਢੱਡਰੀਆਂ ਵਾਲੇ ਵਰਸਸ ਜਥੇਦਾਰ ਐਸਜੀਪੀਸੀ ਤੁਸੀਂ ਕਹਿ ਰਹੇ। ਮੈਂ ਇੱਕ ਹੋਰ ਚੀਜ਼ ਜ਼ਰੂਰ ਜਾਣਨੀ ਚਾਹੁੰਦਾ, ਕਿਉਂਕਿ ਲਗਾਤਾਰ ਅਸੀਂ ਤੁਹਾਡੇ ਬਿਆਨ ਸੁਣਦੇ ਆ, ਤੁਸੀਂ ਹਰਨਾਮ ਸਿੰਘ ਖਾਲਸਾ ਹੋਰਾਂ ਦਾ ਨਾਮ ਬਹੁਤ ਲੈਂਦੇ ਹੋ। ਕਿਉਂ ਨਹੀਂ ਲੈਂਦੇ? ਉਹ ਇੰਟਰਵਿਊ ਹੀ ਨਹੀਂ ਕਰਦੇ, ਨਾ ਕਿਉਂ ਨਹੀਂ ਲੈਣਗੇ? ਉਹ ਕੋਈ ਸਟੇਟਮੈਂਟ ਨਹੀਂ ਆਉਂਦੀ ਉਹਨਾਂ ਦੀ। ਵੀਰ ਜੀ, ਇਹੀ ਤਾਂ ਤਰੀਕਾ ਆ, ਪਲੈਨਿੰਗ ਇਹ ਹੈ। ਨਹੀਂ, ਇਹ ਵੀ ਹੁੰਦਾ ਨਾ ਕਿ ਚੁੱਪ ਰਹੋ, ਕਿ ਅਸੀਂ ਇਗਨੋਰ ਕਰ ਰਹੇ ਹਾਂ, ਅਸੀਂ ਨਹੀਂ ਬੋਲਣਾ। ਯਾਰ ਜਿਹੜੇ ਬੰਦੇ ਦੀ ਪਹਿਲਾਂ ਤਾਂ ਬੰਦੂਕ ਚੱਲੇ, ਉਹਦੀ ਜ਼ਬਾਨ ਦੀ ਚਲਾਉਣ ਦੀ ਲੋੜ ਦੀ। ਢੱਡਰੀਆਂ ਵਾਲੇ ਕੋਲੇ ਬੰਦੂਕ ਨਹੀਂ ਚੱਲਦੀ, ਇਹਦੀ ਤਾਂ ਜ਼ਬਾਨ ਹੈ ਬਸ। ਉਹਨਾਂ ਦੀ ਬੰਦੂਕ ਚੱਲਦੀ ਹੈ, ਉਹਨਾਂ ਦੀ ਜ਼ਬਾਨ ਨਹੀਂ ਚੱਲਦੀ। ਇੱਕ ਗੱਲ ਤੇ ਜਿਨ੍ਹਾਂ ਦੀਆਂ ਸਟੇਟਮੈਂਟਾਂ ਪੜ੍ਹ ਕੇ ਗਿਆਨੀ ਹਰਪ੍ਰੀਤ ਸਿੰਘ ਵਰਗਾ ਕੌਮ ਦਾ ਜਥੇਦਾਰ ਬੋਲੇ, ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਜਗਤਾਰ ਸਿੰਘ ਕੋਲ ਬੈਠ ਕੇ ਚਾਪਲੂਸੀ ਕਰੇ ਵੀ ਢੱਡਰੀਆਂ ਵਾਲੇ ਨੂੰ ਨਾ ਸੁਣਿਆ ਕਰੋ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਇਹ ਸਟੇਟਮੈਂਟ ਦੇਣ, ਉਸ ਢੱਡਰੀਆਂ ਵਾਲੇ ਵਾਸਤੇ ਹਰਨਾਮ ਸਿੰਘ ਧੁੰਮਾ ਜੀ ਨੂੰ ਬੋਲਣ ਦੀ ਕਿਉਂ ਲੋੜ ਹੈ? ਗੋਬਿੰਦ ਸਿੰਘ ਲੌਂਗੋਵਾਲ ਬੱਲੂ ਐਸਜੀਪੀਸੀ ਪ੍ਰਧਾਨ, ਜਿਹਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਮੇਰੇ ਕੋਲ ਆਵੇ ਵੀ ਚਲੋ ਹਰਨਾਮ ਸਿੰਘ ਦੇ ਨਾਲ ਗੱਲਬਾਤ ਕਰੀਏ, ਸੁਖਬੀਰ ਸਿੰਘ ਬਾਦਲ ਆਵੇ, ਉਹ ਚਲੋ ਗੱਲਬਾਤ ਕਰੀਏ, ਸਾਰੀ ਕੈਬਨਿਟ ਆਵੇ, ਬੰਦਾ ਮੇਰਾ ਮਾਰ ਕੇ
ਚਲੋ ਜਾ ਕੇ ਗੱਲਬਾਤ ਕਰੀਏ। ਉਸ ਹਰਨਾਮ ਸਿੰਘ ਨੂੰ ਸਟੇਟਮੈਂਟ ਦੇਣ ਦੀ ਕੀ ਲੋੜ ਹੈ? ਜਿਹਦੇ ਬੰਦੇ ਇੰਨੇ ਕੰਮ ਕਰਦੇ ਨੇ ਸਾਰੀ ਦੁਨੀਆ ਦੇ ਵਿੱਚ, ਉਹ ਆਪ ਕਿਉਂ ਬੋਲੂਗਾ? ਰਣਜੀਤ ਸਿੰਘ ਕੱਲਾ ਬੋਲਦਾ ਹੈ, ਵੱਡੇ ਵੱਡੇ ਪ੍ਰੋਫੈਸਰ, ਬੁੱਧੀਜੀਵੀ, ਪੜ੍ਹੇ ਲਿਖੇ ਬੰਦੇ, ਉਹ ਜਦੋਂ ਆਉਂਦਾ ਅਕਾਲ ਤਖਤ ਦਾ ਨਾਂ ਸਟ੍ਰੈਸ ਚ ਆ ਜਾਂਦੇ ਨੇ। ਸੱਚ ਕਹਿ ਰਿਹਾ ਮੈਂ ਸੱਚ ਕਹਿ ਰਿਹਾ, 80% ਸਿੱਖਾਂ ਨੂੰ ਪਤਾ ਹੈ, ਜਿਹੜੇ ਗੁਰਮਤ ਸਮਝਦੇ ਹੈ, ਬੁੱਧੀਜੀਵੀ, ਪੜ੍ਹੇ ਲਿਖੇ, ਵੀ ਸੂਰਜ ਪ੍ਰਕਾਸ਼ ਗ੍ਰੰਥ ਦਾ ਜਿਹੜਾ ਰੌਲਾ ਆ ਨਾ, ਰਣਜੀਤ ਸਿੰਘ ਇੱਥੇ ਸੱਚਾ ਆ। ਸੂਰਜ ਪ੍ਰਕਾਸ਼ ਗ੍ਰੰਥ ਗਲਤ ਹੈ, ਪਰ ਕਿਉਂ ਨਹੀਂ ਬੋਲਦੇ? ਉਹਨਾਂ ਨੂੰ ਪਤਾ ਵੀ ਰਣਜੀਤ ਸਿੰਘ ਤੋਂ ਸਾਨੂੰ ਕੀ ਮਿਲ ਜਾਣਾ। ਇਹ ਬੰਦੇ ਨੇ ਕਦੇ ਸਰੂਪਾ ਦੇਣਾ, ਇਹਨੇ VIP ਗੇਟ ਚੋਂ ਲੰਘਾਉਣਾ, ਇਹਨੇ ਕਦੇ ਅਕਾਲ ਤਖਤ ਤੇ ਬੁਲਾ ਕੇ ਚਾਹ ਪਿਉਣੀ ਹੈ, ਸਾਡੇ ਰਿਸ਼ਤੇਦਾਰਾਂ ਨੂੰ ਸਰੂਪੇ ਮਿਲਣਗੇ, ਉੱਥੋਂ ਸਾਨੂੰ ਸਭ ਕੁਝ ਮਿਲਦਾ ਹੈ। ਬੁੱਧੀਜੀਵੀ ਵਰਗ ਨੇ ਮੂੰਹ 'ਚ ਘੁੰਗਣੀਆਂ ਪਾ ਲਈਆਂ। ਥੋੜੇ ਜਿਹੇ ਬੰਦਿਆਂ ਤੋਂ ਬਿਨਾ, ਮੰਨ ਲਓ ਮੈਂ 5 ਬੰਦੇ ਕਹਿ ਲੂੰਗਾ, 5-7 ਬੰਦਿਆਂ ਤੋਂ ਬਿਨਾ ਸਾਰੇ ਬੁੱਧੀਜੀਵੀ, ਸਾਰੇ ਪੜ੍ਹੇ ਲਿਖੇ, ਸਾਰੇ ਪ੍ਰੋਫੈਸਰ ਸਭ ਕੁਝ ਜਾਣਦੇ ਆ। ਚੁੱਪ ਕਿਉਂ ਨੇ? ਕਿਉਂਕਿ ਨਾਮ ਅਕਾਲ ਤਖਤ ਦਾ, ਦੂਜਾ ਟਕਸਾਲ ਦਾ ਡੰਡਾ ਚੱਲਦਾ ਹੈ। ਇਹ ਪਤਾ ਵੀ ਕਿਹਦਾ ਫੋਨ ਕਿੱਥੋਂ ਆ ਜਾਣਾ। ਕੀ ਗੱਲ, ਉਹ ਤੇਰੀ ਔਕਾਤ ਕੀ ਉੱਥੇ ਬੋਲ ਕੇ ਆ ਚੈਨਲ ਤੇ ਜਾ ਕੇ? ਢੱਡਰੀਆਂ ਵਾਲਾ ਕੌਣ ਹੈ ਤੇਰੇ ਸਾਹਮਣੇ? ਇੰਟਰਵਿਊ ਤੁਸੀਂ ਕਰਕੇ ਜਾਓਗੇ। ਸੱਚ ਇਹ ਹੈ, ਕਿਤੇ ਕਿਤੇ ਚੈਨਲ ਤੋਂ ਬਿਨਾ, ਨਹੀਂ ਤਾਂ ਇਹ ਖਤਰਾ ਹੋ ਜਾਂਦਾ ਵੀ ਇੰਟਰਵਿਊ ਹੋ ਗਈ ਹੈ, ਇਹਨੇ ਚੱਲਣਾ ਵੀ ਹੈ ਕਿ ਨਹੀਂ। ਇਹ ਸੱਚ ਹੈ, ਮੇਰੇ ਨਾਲ ਪਿਛਲੇ ਦਿਨਾਂ ਵਿੱਚ ਬੀਤਿਆ। ਮੇਰੀਆਂ ਇੰਟਰਵਿਊ ਹੋਈਆਂ 5 ਤੇ ਜਿਹੜੀਆਂ ਸਾਹਮਣੇ ਆਈਆਂ 2-3 ਕਿੱਧਰ ਗਈਆਂ? 3 ਇੰਟਰਵਿਊ ਕਿੱਧਰ ਚਲੀਆਂ ਜਾਂਦੀਆਂ ਨੇ? ਉਹ ਤਾਂ ਕਹਿੰਦੇ ਨੇ ਚੈਨਲ ਦੇ, ਉਹਨਾਂ ਦਾ ਚੈਨਲ ਉੱਤੇ ਕਬਜ਼ਾ, ਚੈਨਲਾਂ ਤੇ ਉਹਨਾਂ ਦਾ ਕਬਜ਼ਾ ਆ। ਹਰ ਥਾਂ ਤੇ ਉਹਨਾਂ ਦੀਆਂ ਬੰਦੂਕਾਂ ਉਹਨਾਂ ਦੀਆਂ ਬੋਲਦੀਆਂ ਨੇ। ਉਹਨਾਂ ਵਾਸਤੇ ਵੱਡੇ ਵੱਡੇ ਲੀਡਰ ਗੁਲਾਮੀ ਕਰਦੇ ਨੇ। ਢੱਡਰੀਆਂ ਵਾਲੇ ਨੂੰ ਜਾ ਕੇ ਸਮਝੌਤਾ, ਜਿਹੜੇ ਬੰਦੇ ਦਾ ਸਮਝੌਤਾ ਕਰਨ ਲਈ, ਸਲਾਹ ਦੇਣ ਲਈ ਵੱਡੇ ਵੱਡੇ ਲੀਡਰ ਆਉਣ, ਉਹਨਾਂ ਨੂੰ ਬੋਲਣ ਦੀ ਲੋੜ ਨਹੀਂ। ਸਾਡੇ ਵਰਗੇ ਆਪ ਹੀ ਆਪਣੇ ਬੁਲਾ ਰਹੇ ਆ, ਸਪੋਕਸ ਪਰਸਨ ਵੀ ਆਪ ਹੀ ਆ, ਸੋਚਦੇ ਵੀ ਆਪ ਹੀ ਆ, ਆਪਣੇ ਸਲਾਹਕਾਰ ਵੀ ਆਪ ਹੀ ਆ। ਮੇਰੇ ਨਾਲ ਕੋਈ 10-50 ਬੰਦਿਆਂ ਨਾਲ ਬੈਠ ਕੇ ਮੈਂ ਗੱਲ ਨਹੀਂ ਕਰਦਾ। ਜਥੇਦਾਰ ਜੀ ਦੀ ਸਟੇਟਮੈਂਟ ਆਈ, ਅੱਧੇ ਘੰਟੇ ਬਾਅਦ ਮੈਂ ਆਪਣੀ ਵੀਡੀਓ ਪਾਤੀ। ਮੈਂ ਕਿਸੇ ਨਾਲ ਸਲਾਹ ਕਰਨ ਬੈਠਾ ਤਾਂ ਪਤਾ ਨਹੀਂ ਕਿਹੜੇ ਕਿਹੜੇ ਕੀ ਸਲਾਹ ਦੇਣਗੇ, ਆਪਣੀ ਗੱਲ ਨਹੀਂ। ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਦੇ ਨਾਲ ਸੰਤ ਸਮਾਜ ਖੜਾ ਹੈ। ਸੰਤ ਸਮਾਜ ਦੇ ਕੋਈ ਲੋਕ ਹੈਗੇ? ਤੁਸੀਂ 5 ਨਾਮ ਦੱਸ ਸਕੋ ਕਿ ਹਾਂ ਇਹ ਲੋਕ ਮੇਰੇ ਨਾਲ ਬਿਲਕੁਲ ਇਤਫਾਕ ਰੱਖਦੇ ਹਨ ਕਿ ਹਾਂ ਜੋ ਮੈਂ ਗੱਲ ਕਹਿ ਰਿਹਾ ਇਹ ਬਿਲਕੁਲ ਠੀਕ ਹੈ। ਉਹ ਵੀ ਇਸ ਦੇ ਨਾਲ ਰਣਜੀਤ ਸਿੰਘ ਦੇ ਨਾਲ ਰਣਜੀਤ ਸਿੰਘ ਆਪ ਖੜਾ ਹੈ, ਇਕੱਲੇ ਨਹੀਂ ਬੰਦੇ ਨਜ਼ਰ ਆ ਰਹੇ। ਇੱਕ ਗੱਲ ਚੇਤਾ ਰੱਖਿਓ, ਹਰਪ੍ਰੀਤ ਸਿੰਘ ਨਾਲ ਹਰਪ੍ਰੀਤ ਸਿੰਘ ਆਪ ਨਹੀਂ ਖੜਾ। ਸੱਚ ਦੱਸ, ਇਹ ਗੱਲ ਦੱਸਦਾ ਮੈਂ। ਕਿਉਂ ਲੱਗਦਾ ਐਵੇਂ? ਉਹਨਾਂ ਦੀ ਸਟੇਟਮੈਂਟ ਬੋਲਦਿਆਂ ਨੂੰ ਸੁਣਿਆ, ਜਦੋਂ ਉਹਨਾਂ ਨੇ ਪੜ੍ਹ ਕੇ ਸੁਣਾਈ, ਐ ਲੱਗਦਾ ਜਿਵੇਂ ਖਬਰਾਂ ਪੜ੍ਹਦੇ ਆ। ਖਬਰਾਂ ਮਤਲਬ ਤੁਸੀਂ ਹੋਰ ਤਰ੍ਹਾਂ ਕਰਦੇ ਹੋ, ਮਤਲਬ ਐਂ ਲੱਗਦਾ ਜੇ ਪੜ੍ਹ ਕੇ ਅਖਬਾਰ ਨਹੀਂ ਪੜ੍ਹ ਕੇ ਸੁਣਾਉਂਦਾ ਹੁੰਦਾ ਬੰਦਾ। ਆਪਣੇ ਆਪ ਨਾਲ ਖੜਾ ਬੰਦਾ ਐ ਬੋਲਦਾ, ਮੈਨੂੰ ਲੈ ਕੇ ਜਾਓ, ਕਿਹੜੇ ਚੈਨਲ ਤੇ ਲੈ ਕੇ ਜਾਣਾ, ਮੈਨੂੰ ਬੋਲਦੇ ਨੂੰ ਵੇਖਿਓ। ਮੈਂ ਆਪਣੀ ਗੱਲ, ਮੈਨੂੰ ਪਤਾ ਮੈਂ ਗਲਤ ਨਹੀਂ ਆ। ਮੈਂ ਸੂਰਜ ਪ੍ਰਕਾਸ਼ ਦੇ ਮਸਲੇ ਤੇ ਜੋ ਠੋਕ ਕੇ ਸਟੇਟਮੈਂਟ ਦੇਣਾ, ਮੈਨੂੰ ਪਤਾ ਹੈ ਉਹਦੇ ਵਿੱਚ ਕੀ ਕੁਝ ਲਿਖਿਆ, ਮੈਨੂੰ ਪਤਾ ਆ। ਤਾਂ ਮੈਂ ਜਿਹੜੀਆਂ ਗੱਲਾਂ ਕਹਿ ਰਿਹਾ ਕੌਨਫੀਡੈਂਸ ਨਾਲ ਕਹਿ ਰਿਹਾ, ਕਿਉਂਕਿ ਮੈਨੂੰ ਆਪਣੀ ਗੱਲ ਦਾ ਪਤਾ ਆ, ਭਰੋਸਾ ਆ ਉਸ ਗੱਲ ਦੇ ਉੱਤੇ ਵੀ ਯਾਰ ਗਲਤ ਕੀ ਕਿਹਾ ਸੀ। ਮੈਂ ਤਾਂ ਸਵਾਲ ਕੀਤੇ ਸੀ, ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਇਹ ਮੈਨੂੰ ਮਾਰਨ ਪੈ ਰਹੇ ਆ, ਐਡੇ ਐਡੇ ਵੱਡੇ ਫੈਸਲੇ ਲੈ ਰਹੇ। ਇਕੱਲੇ ਪੈ ਗਏ ਮਤਲਬ? ਤੁਹਾਨੂੰ ਲੱਗ ਨਹੀਂ ਰਿਹਾ ਕਿ ਹਾਂ ਜੇ ਜਿਹੜੇ ਲੋਕ ਇਤਫਾਕ ਰੱਖਦੇ ਹੋਣ ਉਹ ਖੁੱਲ ਕੇ ਸਾਹਮਣੇ ਆਉਣ? ਤੁਹਾਡੇ ਜਿਹੜੇ ਫਾਲੋਅਰਸ ਹੈਗੇ ਉਹ ਆਉਂਦੇ ਆ, ਉਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਲਿਖਦੇ ਆ, ਬੋਲਦੇ ਆ, ਪਰ ਜਿਹੜੇ ਸੰਤ ਸਮਾਜ ਦੇ ਲੋਕ ਹੈਗੇ ਆ, ਮੈਂ ਕਿਸ ਦਾ ਨਾਮ ਨਹੀਂ ਲਊਂਗਾ, ਕਿ ਕੋਈ ਆ ਕੇ ਤੁਹਾਡੇ ਨਾਲ ਖੜਾ ਹੋਵੇ ਜਿਹੜਾ ਕਹੇ ਕਿ ਹਾਂ ਢੱਡਰੀਆਂ ਵਾਲੇ ਬਿਲਕੁਲ ਠੀਕ ਹੈ। ਮੈਂ ਫਿਰ ਸ਼ੁਕਲਾ ਜੀ ਕਹਿ ਰਿਹਾ ਗੱਲ, ਮੈਂ ਨਾ ਗਲਤ ਨਾ ਲੈ ਲਵਾਂ। ਬਿਲਕੁਲ ਠੀਕ ਹੈ। ਅੱਛਾ ਜੀ, ਮੈਂ ਕਹਿਣਾ ਇਹ ਚਾਹਨਾ ਭਈ ਜਿੰਨਾ ਚਿਰ ਮੈਂ ਆਪਣੇ ਆਪ ਨਾਲ ਨਹੀਂ ਨਾ ਖੜਾ ਹੋਵਾਂਗਾ ਜੀ, ਚਾਹੇ ਸਾਰੀ ਦੁਨੀਆ ਮੇਰੇ ਨਾਲ ਖੜੀ ਹੋ ਜਾਏ, ਕੋਈ ਫਰਕ ਨਹੀਂ ਪੈਣਾ, ਤੇ ਸਾਰੀ ਦੁਨੀਆ ਮੇਰੇ ਵਿਰੁੱਧ ਹੋ ਜਾਵੇ, ਪਰ ਜੇ ਮੈਂ ਆਪਣੇ ਆਪ ਨਾਲ ਖੜਾ ਰਹੂੰਗਾ ਨਾ, ਕੱਲਾ ਆਪਣੇ ਆਪ ਨਾਲ, ਤਾਂ ਮੇਰਾ ਵਾਅਦਾ ਹੋਵੇ ਕਿ ਮੈਂ ਜੋ ਕਿਹਾ ਠੀਕ ਹੈ, ਆਪਣਾ ਕੌਨਫੀਡੈਂਸ ਮੈਂ ਰੱਖੂੰਗਾ ਤਾਂ ਠੀਕ ਹੈ। ਦੇਖੋ ਮੈਂ ਆਪਣੀ ਗੱਲ ਕਰ ਰਿਹਾ, ਬਹੁਤ ਸਾਰੇ ਜਿਹੜੇ ਬੰਦੇ ਹੈਗੇ ਆ ਮੈਨੂੰ ਵੀ ਸੁਣੀ ਜਾਂਦੇ ਆ, ਠੀਕ ਹੈ ਜੀ ਰਣਜੀਤ ਸਿੰਘ ਵੀ ਠੀਕ ਹੈ, ਪਰ ਮੈਂ ਨਹੀਂ ਆਸ ਰੱਖਦਾ ਕੌਣ ਮੇਰੇ ਨਾਲ ਤੁਰਦਾ ਹੈ, ਕਿਉਂਕਿ ਮੈਨੂੰ ਪਤਾ ਆ ਕਿ ਜਿਨ੍ਹਾਂ ਬਾਰੇ ਅਸੀਂ ਗੱਲ ਕਰਦੇ ਬਹੁਤ ਵੱਡੇ ਹੈ, ਬੜੀ ਤਾਕਤ ਨੇ, ਉਹ ਪੂਰੀ ਉਹਨਾਂ ਦਾ ਸਿਸਟਮ ਹੈ। ਹਰ ਬੰਦਾ ਸੋਚ ਕੇ ਚਕਰਾਉਣ ਲੱਗ ਜਾਂਦਾ ਹੈ, ਯਾਰ ਇਹ ਬੰਦੇ, ਇਹਨਾਂ ਦਾ ਏਡਾ ਵੱਡਾ ਸਿਸਟਮ ਹੈ। ਦੂਜੇ ਨੰਬਰ ਤੇ ਕਰ ਅਕਾਲ ਤਖਤ ਸਾਹਿਬ ਨੂੰ ਸਾਹਮਣੇ ਦਿੰਦੇ, ਉਹ ਬਾਬਾ ਜਰਨੈਲ ਸਿੰਘ ਦੀ ਪਿਕਚਰ ਪਿੱਛੇ ਲੁਕ ਜਾਂਦਾ ਹਰਨਾਮ ਸਿੰਘ ਧੁੰਮਾ, ਤੇ ਇਹ ਅਕਾਲ ਤਖਤ ਸਾਹਿਬ ਦੇ ਪਿੱਛੇ ਲੁਕ ਜਾਂਦੇ ਆ। ਗਲਤੀਆਂ ਇਹਨਾਂ ਦੀਆਂ, ਬਦਨਾਮੀ ਅਕਾਲ ਤਖਤ ਸਾਹਿਬ ਦੀ। ਅਗਲਾ ਕਹਿੰਦਾ ਅਕਾਲ ਤਖਤ ਤਾਂ ਮਹਾਨ ਹੈ ਯਾਰ, ਅਕਾਲ ਤਖਤ ਦੀ ਗੱਲ ਤਾਂ ਹਰ ਬੰਦੇ ਨੂੰ ਮੰਨਣੀ ਚਾਹੀਦੀ, ਅਕਾਲ ਤਖਤ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ। ਤੁਹਾਡੇ ਹੁਣ ਬੜੇ ਬੰਦਿਆਂ ਨੇ ਮੰਨ ਲਓ ਕਮੈਂਟ ਕਰਨੇ ਨੇ, ਸੋਚਣਾ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਅਕਾਲ ਤਖਤ ਦਾ ਹੀ ਫੈਸਲਾ ਆਇਆ ਸੀ ਵੀ ਸਰਸੇ ਵਾਲੇ ਨੂੰ ਮਾਫ ਕਰਤਾ, ਪਰ ਕਿੰਨੇ ਬੰਦਿਆਂ ਨੇ ਉਹਨੂੰ ਮੰਨ ਲਿਆ ਸੀ?
ਸਾਰਿਆਂ ਨੇ ਕਿਹਾ ਅਸੀਂ ਨਹੀਂ ਮੰਨਣਾ। ਇਹ ਮੱਥਾ ਲਾਣਾ ਨਹੀਂ ਸੀ, ਇਹ ਮੱਥਾ ਸੀ ਗੁਰਬਚਨ ਸਿੰਘ ਨਾਲ, ਜਿਨਨੇ ਗਲਤ ਡਿਸੀਜਨ ਲਿਆ ਸੀ, ਗਲਤ ਫੈਸਲਾ ਲਿਆ ਸੀ। ਕੌਮ ਨੇ ਨਹੀਂ ਮੰਨਿਆ ਫੈਸਲਾ, ਸਾਰੀ ਦੁਨੀਆ ਨੇ ਨਹੀਂ ਮੰਨਿਆ। ਉਸ ਵੇਲੇ ਦਾ ਮਤਲਬ ਇਹ ਨਹੀਂ ਕਿ ਸਿੱਖ ਜਗਤ ਨੇ ਅਕਾਲ ਤਖਤ ਨਾਲ ਮੱਥਾ ਲਾਇਆ, ਨਹੀਂ, ਸਿੱਖ ਜਗਤ ਨੇ ਅਕਾਲ ਤਖਤ ਦੇ ਹੈੱਡ ਪੁਜਾਰੀ ਨਾਲ ਮੱਥਾ ਲਾਇਆ, ਜਿਹੜਾ ਉਸ ਵੇਲੇ ਗਲਤ ਸਟੇਟਮੈਂਟ ਦੇ ਰਿਹਾ। ਹਾਂਜੀ ਠੀਕ, ਮੈਂ ਇੱਕ ਛੋਟਾ ਜਿਹਾ ਬ੍ਰੇਕ ਇੱਥੇ ਲੈ ਲਵਾਂ। ਬ੍ਰੇਕ ਤੋਂ ਬਾਅਦ ਅਸੀਂ ਜਿਹੜੀ ਇਹ ਬਹੁਤ ਬੇਬਾਕੀ ਨਾਲ ਗੱਲਬਾਤ ਹੋ ਰਹੀ ਹੈ, ਕੋਸ਼ਿਸ਼ ਇਹੀ ਕੀਤੀ ਹੈ ਕਿ ਹਰ ਸਵਾਲ ਦਾ ਅਸੀਂ ਜਵਾਬ ਲੈ ਸਕੀਏ। ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਲਿਆ, ਵਾਪਸ ਆਵਾਂਗੇ, ਅਸੀਂ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਦੇ ਨਾਲ ਤੇ ਹਰ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਬੇਬਾਕੀ ਦੇ ਨਾਲ ਉਹਨਾਂ ਨੇ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕੀਤੀ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਮੈਂ ਇਸ ਸੈਗਮੈਂਟ ਦੀ ਸ਼ੁਰੂਆਤ ਕਰੂੰਗਾ ਕਿਉਂਕਿ ਬਹੁਤ ਸਾਰੇ ਇਲਜ਼ਾਮ ਲੱਗਦੇ ਨੇ, ਮੈਂ ਵੀ ਪੂਰੀ ਲਿਸਟ ਬਣਾ ਕੇ ਆਇਆ। ਇੱਕ ਇਲਜ਼ਾਮ ਇਹ ਵੀ ਹੈ ਕਿ ਜਥੇਦਾਰ ਸਾਹਿਬ ਦੀ ਜਵਾਬਦੇਹੀ ਕਿਸੇ ਨੂੰ ਹੈ, ਜਥੇਦਾਰ ਸਾਹਿਬ ਦੀ ਜਵਾਬਦੇਹੀ ਐਸਜੀਪੀਸੀ ਨੂੰ ਹੈ ਜਾਂ ਹੋਰ ਉਹਨਾਂ ਦੀ ਜਵਾਬਦੇਹੀ ਹੈ। ਤੁਹਾਡੀ ਜਵਾਬਦੇਹੀ ਜਿਸ ਨੂੰ, ਜੋ ਤੁਸੀਂ ਕਹਿ ਰਹੇ ਹੋ, ਕਿਸੇ ਨੂੰ ਜਵਾਬਦੇਹੀ ਹੈ ਕਿ ਨਹੀਂ? ਨਹੀਂ, ਬਿਲਕੁਲ ਸੰਗਤ ਵਿੱਚ ਜਵਾਬਦੇਹੀ ਹੈ। ਜੇ ਕੁਝ ਗਲਤ ਬੋਲਦਾ ਆ, ਗਲਤ ਕਰਾਂਗਾ ਤਾਂ ਜਵਾਬਦੇਹ ਹੋਵਾਂਗਾ। ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ ਅਥਾਰਟੀ ਹੋਵੇ, ਅਸੀਂ ਜਵਾਬ ਦਈਏ ਆਪਣੀਆਂ ਗੱਲਾਂ ਦਾ। ਮੈਂ ਤਿਆਰ ਹਾਂ ਜਵਾਬ ਦੇਣ ਵਾਸਤੇ। ਨਹੀਂ, ਇੱਕ ਅਹੁਦਾ ਤਾਂ ਹੁੰਦਾ ਨਹੀਂ ਜੀ। ਤੁਸੀਂ ਦੇਖੋ ਕਿ ਇੱਕ ਚੇਅਰ ਹੁੰਦੀ ਹੈ, ਆਪਾਂ ਜਿਵੇਂ ਹੁਣ ਵਿਧਾਨ ਸਭਾ ਦੇ ਅੰਦਰ ਚਲੇ ਜਾਈਏ, ਆਪਾਂ ਲੋਕ ਸਭਾ ਚਲੇ ਜਾਈਏ, ਸਪੀਕਰ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ, ਸੰਬੋਧਨ ਤਾਂ ਉਹਨਾਂ ਨੂੰ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇੱਕ ਅਹੁਦਾ ਹੈ, ਇੱਕ ਕੁਰਸੀ ਹੈ, ਸੰਬੋਧਨ ਤਾਂ ਉਹਨਾਂ ਨੂੰ ਹੀ ਕਰਨਾ ਪਏਗਾ ਨਾ। ਨਹੀਂ, ਮੈਂ ਤੁਹਾਨੂੰ ਬੇਨਤੀ ਫੇਰ ਹੀ ਕਰਦਾ ਵੀ ਟਕਸਾਲ ਦੀ ਜਵਾਬਦੇਹੀ ਕਿਤੇ ਨਹੀਂ ਹੈਗੀ ਕਿ ਸ਼ਰੇਆਮ ਬੰਦਾ ਮਾਰ ਜਾਓ, ਉਹਨਾਂ ਦੀ ਕਿਤੇ ਜਵਾਬਦੇਹੀ ਨਹੀਂ ਹੈਗੀ। ਜੋ ਮਰਜ਼ੀ ਕਰੀ ਜਾਓ। ਜਥੇਦਾਰ ਅਕਾਲ ਤਖਤ ਸਾਹਿਬ ਦੇ ਹੈਗੇ ਨੇ, ਪਰ ਇਹਨਾਂ ਦੀ ਜਵਾਬਦੇਹੀ ਕਿੱਥੇ ਹੈ? ਮੰਨ ਲਓ ਕਾਰਜਕਾਰੀ ਜਥੇਦਾਰ ਨੇ ਨਾ, ਤਾਂ ਮੈਂ ਹੁਣੀ ਆਪਣੀ ਫੇਸਬੁੱਕ ਤੇ ਇੱਕ ਗੱਲ ਲਿਖ ਕੇ ਆਇਆ ਸੀ ਕਿ ਬਾਬਾ ਹਰਨਾਮ ਸਿੰਘ ਉਹਨਾਂ ਨਾਲ ਬੈਠੇ ਫੋਟੋ ਉਹਨਾਂ ਦੀ ਹੈਗੀ ਹੈ ਇੱਕ, ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਕਾਰਜਕਾਰੀ ਤੋਂ ਪੱਕੇ ਜਥੇਦਾਰ ਬਣਨ ਵਾਸਤੇ ਐਡਵਾਂਸ ਵਿੱਚ ਵਧਾਈ, ਮੈਂ ਆਪਣੇ ਵੱਲੋਂ ਲਿਖ ਕੇ ਆਇਆ। ਕਲੀਅਰ ਗੱਲ ਇਹ ਹੈ, ਕਾਰਜਕਾਰੀ ਜਥੇਦਾਰ ਦਾ ਕੋਈ ਅਰਥ ਹੁੰਦਾ? ਅੱਜ ਪਹਿਲਾਂ ਤਾਂ ਹੁੰਦਾ ਨਹੀਂ ਸੀ, ਹੁਣੇ ਵੇਖਦੇ ਆ ਇੱਕ ਸਾਲ ਕਿੱਦਾਂ ਕੰਮ ਕਰਦਾ, ਕਿੱਦਾਂ ਇਹ ਸਾਡੇ ਹੁਕਮ ਵਿੱਚ ਚੱਲਦਾ, ਕਿੱਦਾਂ ਇਹ ਸਾਡੀ ਗੱਲ ਮੰਨਦਾ। ਜਦੋਂ ਉਹ 2-4 ਫੈਸਲੇ ਵਧੀਆ ਲੈ ਲੈਂਦਾ, ਫਿਰ ਉਹ ਪੱਕਾ ਕਰ ਦਿੱਤਾ ਜਾਂਦਾ। ਹੁਣ ਜਿਹੜਾ ਆਹ ਫੈਸਲਾ ਲਿਆ, ਇਹਦੇ ਵਿੱਚ ਜਥੇਦਾਰ ਸਾਹਿਬ ਜੀ ਸਾਡੇ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਤੋਂ ਪੱਕੇ ਜਥੇਦਾਰ ਬਣ ਜਾਣਗੇ, ਕਿਉਂਕਿ ਇਹਨਾਂ ਨੇ ਫੈਸਲਾ ਇਦਾਂ ਦਾ ਕੀਤਾ ਤੇ ਇੱਕ ਮੌਜ ਬਹੁਤ ਵੱਡੀ ਲੱਗਣੀ ਹੈ। ਮੈਂ ਪਿੱਛੇ ਵੀ ਗੱਲ ਕੀਤੀ ਇੰਟਰਵਿਊ ਵਿੱਚ, ਮੈਂ ਹੁਣ ਵੀ ਮੈਂ ਕਰਦਾ ਵੀ ਕੀ ਕਦੇ ਜਥੇਦਾਰਾਂ ਨੇ, ਸਾਡੇ ਵਰਗੇ ਬੰਦਿਆਂ ਨੇ ਕੀਰਤਨ ਕੀਤਾ, ਕਥਾ ਕੀਤੀ, ਜੋ ਆਇਆ ਇੱਥੇ ਲਾਤਾ, ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਤਾ, ਅੱਜ ਮੈਂ ਅੱਖਾਂ ਬੰਦ ਕਰ ਗਿਆ, ਅੱਜ ਮੈਂ ਮਰ ਗਿਆ, ਨਾ ਮੇਰਾ ਕੋਈ ਬੱਚਾ ਨਾ ਕੁਝ ਹੋਰ ਹੈ, ਏਦਾਂ ਹੀ ਸਾਰੇ ਦਾ ਸਾਰਾ ਜਿਹੜਾ ਸੰਗਤ ਨੇ ਜੂਝ ਕਰਦੇ ਰਹਿਣਾ। ਜੋ ਵਰਤ ਰਹੀ ਹੈ ਸੰਗਤ ਹੁਣ ਵੀ, ਜਿਉਂਦਿਆਂ ਵੀ, ਮਰਨ ਤੋਂ ਬਾਅਦ ਵੀ ਵਰਤਣਗੇ। ਪਰ ਅੱਜ ਜਥੇਦਾਰ ਸਾਹਿਬ ਕਿਤੇ ਜਾਂਦੇ ਨੇ ਤੇ ਪੈਸਾ ਸ਼੍ਰੋਮਣੀ ਕਮੇਟੀ ਦਾ, ਉਹਨਾਂ ਦਾ ਤੇਲ ਦਾ ਖਰਚਾ ਸ਼੍ਰੋਮਣੀ ਕਮੇਟੀ ਦੇ ਉਹਦੇ ਵਿੱਚੋਂ ਖਾਤੇ ਚੋਂ ਜਾਂਦਾ ਹੈ ਕਿ ਸਿੰਘ ਸਾਹਿਬ ਪ੍ਰਚਾਰਕ ਦੌਰੇ ਤੇ ਗਏ, ਪਰ ਸਿੰਘ ਸਾਹਿਬ ਨੂੰ ਜਿਹੜਾ ਉੱਥੋਂ 50,000 ਮਿਲਦਾ ਉਹਦਾ ਆ ਕੇ ਕਦੇ ਹਿਸਾਬ ਦਿੰਦੇ ਨੇ? ਕੋਈ ਜਵਾਬਦੇਹੀ ਹੈ? ਸਿੰਘ ਸਾਹਿਬ ਮਹੀਨੇ ਦੇ ਵਿੱਚ 30 ਜਗ੍ਹਾ ਪ੍ਰੋਗਰਾਮ ਕਰਨ ਵਾਸਤੇ ਵੀ ਜਾਂਦੇ ਨੇ। ਹੁਣ ਤਾਂ ਲੋਕਡਾਊਨ ਚੱਲ ਰਿਹਾ, ਵੱਡੇ ਵੱਡੇ ਅਮੀਰ ਸ਼ਹਿਜ਼ਾਦੇ ਜਿੱਦਣ ਆਪਣਾ ਵਿਆਹ ਹੁੰਦਾ ਕਹਿੰਦੇ ਸਾਡੀ ਟੌਰ ਬਣੇਗੀ ਸਿੰਘ ਸਾਹਿਬ ਨੂੰ ਬੁਲਾ ਕੇ। ਲਾਵਾਂ ਦਾ ਪਾਠ ਸਿੰਘ ਸਾਹਿਬ ਜੀ ਕਰਨਗੇ, ਲਾਵਾਂ ਦਾ ਪਾਠ ਕੀਤਾ, ਪ੍ਰੋਗਰਾਮ ਕੀਤਾ, ਤੇ ਉਸੇ ਵੇਲੇ ਉਸ ਤੋਂ ਬਾਅਦ ਅਗਲਾ ਜਦੋਂ ਕਹਿੰਦਾ ਲਓ ਜੀ ਲੱਖ ਰੁਪਈਆ ਸਿੰਘ ਸਾਹਿਬ ਜੀ, ਟਿਕਟ ਖਰਚਾ ਕਿਸੇ ਦਾ, ਪਰ ਉਹਦਾ ਕਦੇ ਹਿਸਾਬ ਨਹੀਂ ਦਿੰਦੇ। ਜਥੇਦਾਰਾਂ ਦੀ ਕੋਈ ਜਵਾਬਦੇਹੀ ਕੌਮ ਨੂੰ ਨਹੀਂ। ਕਾਰਨ ਕੀ ਹੈ? ਕਿਉਂਕਿ ਜਿਹੜੀਆਂ ਪਾਰਟੀਆਂ ਨੇ ਫਿੱਟ ਕੀਤੇ ਹੋਏ ਨੇ, ਜੋ ਸਿਸਟਮ ਸਿਆਸਤਾਂ ਚੱਲਦੀਆਂ, ਉਹ ਕਹਿੰਦੇ ਕੋਈ ਗੱਲ ਨਹੀਂ ਯਾਰ, ਮਹੀਨੇ ਦਾ 10 ਲੱਖ 15 ਲੱਖ ਕਮਾ ਰਿਹਾ, ਕੋਈ ਫਰਕ ਨਹੀਂ ਪੈਂਦਾ। ਜਥੇਦਾਰਾਂ ਦੇ ਵੱਡੇ ਵੱਡੇ ਹੋਟਲ ਬਣੇ ਆ। ਪਿਛਲੇ ਸਾਲਾਂ ਵਿੱਚ ਜਦੋਂ ਵੀ ਉਹ ਸਿਸਟਮ ਤੇ ਕੋਈ ਪ੍ਰਚਾਰਕ ਸਵਾਲ ਉਠਾਏਗਾ, ਉਹਨੂੰ ਚੱਕ ਕੇ ਬਾਹਰ ਸੱਟ ਦਿੱਤਾ ਜਾਏਗਾ, ਬਾਹਰ ਕੱਢ ਦਿੱਤਾ ਜਾਏਗਾ। ਖਦਸ਼ਾ ਜ਼ਾਹਰ ਕਰੇਗਾ ਜਿਹੜਾ ਬੰਦਾ, ਉਹਨੂੰ ਚੱਕ ਕੇ ਬਾਹਰ ਸਿੱਟਿਆ ਜਾਏਗਾ। ਪਿਛਲੇ 20-30 ਸਾਲਾਂ 'ਚ ਤੁਸੀਂ ਜਦੋਂ ਤੁਹਾਨੂੰ ਵੀ ਹੋਸ਼ ਹੋਣੀ ਹੈ, ਅੱਜ ਤੋਂ 25 ਸਾਲ ਤੋਂ ਤੱਕ ਦੇਖਿਆ, ਪੈਰ ਧੋ ਕੇ ਇੱਥੇ ਬਾਬੇ ਪਿਆ ਰਹੇ ਆ, ਮੱਥੇ ਕੁਰਸੀਆਂ ਨੂੰ ਟਿਕਾ ਰਹੇ ਆ, ਬੈੱਡਾਂ ਨੂੰ ਮੱਥੇ ਟਿਕਾ ਰਹੇ ਆ, ਚੋਲਿਆਂ ਨੂੰ ਮੱਥੇ ਟਿਕਾ ਰਹੇ ਆ, ਪਰ ਉਹਨਾਂ ਕਿਸੇ ਵੀ ਸਾਧ ਬਾਬੇ ਨੂੰ ਪੰਥ ਵਿੱਚੋਂ ਕੱਢਿਆ ਗਿਆ। ਪਰ ਕੱਢੇ ਕੌਣ ਗਏ? ਜਿਹੜੇ ਬੰਦਿਆਂ ਨੇ ਇਹਨਾਂ ਤੇ ਸਵਾਲ ਕੀਤੇ,
ਇਹਨਾਂ ਦੇ ਸਿਸਟਮ ਤੇ ਸਵਾਲ ਕੀਤੇ। ਕਾਰਨ ਕੀ ਹੈ? ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਸੀ ਇਹਨਾਂ ਗ੍ਰੰਥਾਂ ਦੇ ਵਿੱਚ ਗਲਤ ਲਿਖਿਆ, ਗੁਰੂ ਸਾਹਿਬ ਦੀ ਬਹੁਤ ਵੱਡੀ ਬਦਨਾਮੀ ਹੁੰਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਗੱਲ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ, ਵੀਰੋ ਭਰਾਵੋ ਸ਼ੁਕਰ ਕਰੋ ਕਿ ਬਾਕੀ ਦੇ ਲੋਕ ਸਾਡੇ ਇਹ ਗ੍ਰੰਥਾਂ ਨੂੰ ਅਜੇ ਪੜ੍ਹ ਕੇ ਸੁਣਾਉਣ ਨਹੀਂ ਲੱਗੇ। ਸਾਡੇ ਗੁਰੂ ਸਾਹਿਬ ਦੇ ਜਦੋਂ ਉਹਨਾਂ ਨੇ ਕਿਹਾ ਨਾ ਕਿ ਅਸੀਂ ਤੁਹਾਨੂੰ ਸੂਰਜ ਪ੍ਰਕਾਸ਼ ਦੀ ਕਥਾ ਸੁਣਾਉਂਦੇ ਆ, ਉਹਨਾਂ ਨੇ ਫਿਰ ਕਹਿਣਾ ਹੈ ਕਿ 8 ਵਿਆਹ ਗੁਰੂ ਹਰਿਰਾਏ ਸਾਹਿਬ ਦੇ ਹੋਏ ਤੇ ਵੱਡੀ ਦੀ ਜੇ ਉਮਰ 13 ਸਾਲ ਸੀ ਤੇ ਸਭ ਇਕੱਠੀਆਂ ਹੀ ਵਿਆਹਤੀਆਂ ਬੇਟੀਆਂ, ਤੇ ਸਭ ਤੋਂ ਛੋਟੀ ਦੀ ਉਮਰ ਤਾਂ ਫਿਰ ਸਾਲ 1.5 ਸਾਲ ਦੀ ਹੋਣੀ ਚਾਹੀਦੀ ਹੈ। 1.5-2 ਸਾਲ ਦੀ ਬੱਚੀ ਨਾਲ ਸਾਡਾ ਪਾਤਸ਼ਾਹ ਵਿਆਹ ਕਰਾ ਰਿਹਾ ਸੀ। ਫੀਮ ਦੀ ਡੱਬੀ ਫਿਰ ਕਿਵੇਂ? ਮਤਲਬ ਅਜੇ ਤੱਕ ਅਸੀਂ ਸ਼ੁਕਰ ਕਰੀਏ ਕਿ ਸਾਡੀ ਇੱਜ਼ਤ ਹੈ, ਸਾਡੇ ਪਰਦੇ ਢਕੇ ਨੇ, ਸਾਨੂੰ ਕਿਤੇ ਨੱਕ ਡੋਬਣ ਨੂੰ ਥਾਂ ਨਹੀਂ ਲੱਭਣੀ, ਮਰਨ ਨੂੰ ਜਗ੍ਹਾ ਨਹੀਂ ਲੱਭਣੀ, ਸਾਨੂੰ ਧਰਤੀ 'ਚ ਥਾਂ ਨਹੀਂ ਲੱਭਣੀ, ਕਿੱਥੇ ਸਮਾ ਜਾਈਏ। ਇਦਾਂ ਦਾ ਕੁਝ ਜਿੱਦਣ ਅਗਲੇ ਨੇ ਪੜ੍ਹ ਕੇ ਸੁਣਾਇਆ ਵੀ ਵੱਡੀਆਂ ਗੱਲਾਂ ਮਾਰਦੇ ਆ, ਅਸੀਂ ਅਯੋਧਿਆ ਦੀ ਗੱਲ ਕਰਦੇ ਆ, ਤੜਫ ਉੱਠੀ ਸਾਰੀ ਸਿੱਖ ਕੌਮ। ਕਿਉਂ ਕਿਹਾ ਨਰਿੰਦਰ ਮੋਦੀ ਨੇ, ਪ੍ਰਧਾਨ ਮੰਤਰੀ ਨੇ, ਕਿ ਗੋਬਿੰਦ ਰਾਮਾਇਣ ਗੁਰੂ ਗੋਬਿੰਦ ਸਿੰਘ ਨੇ ਲਿਖੀ ਹੈ, ਪਰ ਸਿੱਖਾਂ ਨੇ ਕਦੇ ਆਪਣਾ ਦਿਮਾਗ ਵਰਤਿਆ ਵੀ ਇਹ ਗੱਲਾਂ ਲਿਖੀਆਂ ਨੇ, ਇਹ ਗੱਲਾਂ ਹੈਗੀਆਂ ਨੇ, ਰਾਮਾ ਅਵਤਾਰ ਕ੍ਰਿਸ਼ਨਾ ਅਵਤਾਰ ਸਾਡਿਆਂ ਗ੍ਰੰਥਾਂ 'ਚ ਹੈਗਾ ਆ, ਜਿਨ੍ਹਾਂ ਤੇ ਅਸੀਂ ਚੌਰ ਕਰ ਰਹੇ ਆ। ਗੁਰੂ ਗ੍ਰੰਥ ਸਾਹਿਬ ਦਾ ਬਰਾਬਰ ਪ੍ਰਕਾਸ਼ ਕਰਕੇ ਚਬਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਹਨ, ਪਰ ਬਰਾਬਰ ਗ੍ਰੰਥ ਉਹਨਾਂ ਹੀ ਗ੍ਰੰਥਾਂ ਦੇ ਵਿੱਚ ਜਿਹਦੇ ਵਿੱਚ ਇਹ ਸਾਰਾ ਕੁਝ ਲਿਖਿਆ ਹੈ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਵੀ ਕਰ ਰਹੇ ਨੇ, ਚੌਰ ਵੀ, ਛਤਰ ਵੀ ਤੇ ਤਖਤ ਵੀ। ਬਲੀਆਂ ਦਿੱਤੀਆਂ ਜਾ ਰਹੀਆਂ, ਵੀਡੀਓ ਬਣਾ ਕੇ ਅਜੇ ਤੱਕ ਕਿਸੇ ਚੈਨਲ ਦੇ ਉੱਤੇ ਚੱਲੀ ਨਹੀਂ ਕਿ ਆਹ ਦੇਖੋ ਇੱਕ ਬੱਕਰਾ ਵੱਢਿਆ, ਬੱਕਰਾ ਵੱਢ ਕੇ ਤਿਲਕ ਸਾਰੇ ਲਾ ਰਹੇ ਨੇ ਤੇ ਆਹ ਦੇਖੋ ਜੀ ਕੀ ਬਾਤ ਹੋ ਰਹੀ ਹੈ। ਸਾਡਾ ਮਰਨ ਹੋ ਜਾਏਗਾ ਜਿੱਦਣ ਇੰਟਰਨੈਸ਼ਨਲ ਚੈਨਲਾਂ ਦੇ ਉੱਤੇ ਸਾਡੀਆਂ ਮਰਿਆਦਾਵਾਂ ਜਿਹੜੀਆਂ ਗੁਪਤ ਨੇ ਲੋਕਾਂ ਸਾਹਮਣੇ ਆ ਗਈਆਂ। ਇਹਨਾਂ ਗ੍ਰੰਥਾਂ 'ਚ ਜਿਹੜੇ ਸੱਚ ਲਿਖੇ ਨੇ ਲੋਕਾਂ ਸਾਹਮਣੇ ਆ ਗਏ। 2 ਬੰਦਿਆਂ ਨੇ ਬੋਲਿਆ ਜੇ, 10ਮ ਗ੍ਰੰਥ ਵਿੱਚੋਂ ਪੜ੍ਹ ਕੇ ਨਰਿੰਦਰ ਮੋਦੀ ਨੇ ਤੇ ਸੂਰਜ ਪ੍ਰਕਾਸ਼ ਵਿੱਚੋਂ ਪੜ੍ਹ ਕੇ ਇਕਬਾਲ ਸਿੰਘ ਪਟਨੇ ਵਾਲੇ ਨੇ। ਉਹਦੇ ਤੇ ਸਵਾਲ ਉਠਾਇਆ, ਤੂੰ ਏਦਾਂ ਕਿਉਂ ਕਹਿਤਾ, ਸਿੱਖ ਕੌਮ ਦੀ ਬਦਨਾਮੀ ਕਰਾ ਕੇ ਆਇਆ। ਪਰ ਉਸ ਬੰਦੇ ਨੇ ਉਸੇ ਵੇਲੇ ਆਪਣਾ ਗ੍ਰੰਥ ਰੱਖਦਾ, ਕਹਿੰਦਾ ਇਹਦੇ ਚੋਂ ਪੜਿਆ। ਹੁਣ ਇਹ ਕਹਿੰਦੇ ਰਣਜੀਤ ਅਸੀਂ ਜੀ ਇਕਬਾਲ ਸਿੰਘ ਨਾਲ ਸਹਿਮਤ ਨਹੀਂ ਆ, ਠੀਕ ਹੈ ਜੀ, ਕਿਉਂਕਿ ਉਹ ਜਿਹੜੇ ਗ੍ਰੰਥ ਚੋਂ ਉਹਨੇ ਪੜ੍ਹ ਕੇ ਸੁਣਾਇਆ ਅਸੀਂ ਸਹਿਮਤ ਨਹੀਂ ਆ। ਫਿਰ ਜਥੇਦਾਰ ਜੀ ਤੁਸੀਂ ਰਣਜੀਤ ਸਿੰਘ ਨਾਲ ਸਹਿਮਤ ਹੋਵੋ, ਉਹ ਕਹਿੰਦਾ ਇਹਨਾਂ ਗ੍ਰੰਥਾਂ 'ਚ ਗਲਤ ਲਿਖਿਆ। ਜੇ ਰਣਜੀਤ ਸਿੰਘ ਨਾਲ ਸਹਿਮਤ ਹੋ ਵੀ ਰਣਜੀਤ ਸਿੰਘ ਠੀਕ ਕਹਿ ਰਿਹਾ, ਫਿਰ ਇਕਬਾਲ ਸਿੰਘ ਨਾਲ ਸਹਿਮਤ ਨਾ ਹੋਵੋ, ਇੱਕ ਪਾਸੇ ਸਹਿਮਤ ਹੋਵੋ, ਉਹਦੇ ਨਾਲ ਵੀ ਸਹਿਮਤ ਨਹੀਂ। ਜਿਹੜਾ ਬੰਦਾ ਇਹਨਾਂ ਗ੍ਰੰਥਾਂ ਦੇ ਬਾਰੇ ਗੱਲ ਕਰਦਾ, ਜੇ ਅਸੀਂ ਆਪ ਇਹਨਾਂ ਬਾਰੇ ਗੱਲ ਨਾ ਕੀਤੀ, ਇਹਦੇ ਤੇ ਵਿਚਾਰ ਕਰੋ, ਡਿਸਕਸ਼ਨ ਕਰੋ, ਚੰਗੇ ਚੰਗੇ ਵਿਦਵਾਨ ਬਣਾਓ, ਇਤਿਹਾਸ ਦੁਬਾਰਾ ਲਿਖਾਓ ਤੇ 10ਮ ਗ੍ਰੰਥ ਵਿੱਚ ਵੀ ਜੋ ਤੁਹਾਨੂੰ ਠੀਕ ਲੱਗਦਾ ਇਹਦਾ ਇੱਕ ਸਿਸਟਮ ਬਣਾ ਲਓ ਵੀ ਆਹ ਹੈਗਾ ਆ, ਆਹ ਕੌਮ ਦੀ ਮਰਿਆਦਾ ਆ, ਤਾਂ ਜੋ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਨਾ ਪਵੇ। ਉਹਦੇ ਤੇ ਕੋਈ ਕੰਮ ਨਹੀਂ ਹੋਇਆ, ਗ੍ਰੰਥਾਂ ਬਾਰੇ ਕੋਈ ਗੱਲ ਨਹੀਂ ਕੀਤੀ। ਜਿਹੜੇ ਬੰਦੇ ਨੇ ਸਵਾਲ ਕੀਤਾ ਆ ਪੁਜਾਰੀ ਸਿਸਟਮ ਤੇ, ਚਾਹੇ ਕੋਈ ਪੱਤਰਕਾਰ, ਚਾਹੇ ਕੋਈ ਐਡੀਟਰ, ਚਾਹੇ ਕੋਈ ਅਖਬਾਰ ਦਾ ਮਾਲਕ, ਚਾਹੇ ਕੋਈ ਸਿੱਖਾਂ ਦੇ ਵਿੱਚ ਜੋ ਕੋਈ ਵੀ ਬੰਦਾ ਰਾਗੀ, ਜਿਹੜੇ ਬੰਦੇ ਨੇ ਗੱਲ ਕੀਤੀ, ਪਿਛਲੇ 25 ਸਾਲਾਂ ਵਿੱਚ ਚੱਕ ਕੇ ਮੱਖਣ ਦੇ ਵਿੱਚੋਂ ਵਾਲ ਵਾਂਗੂ ਕੱਢ ਕੇ ਬਾਹਰ ਮਾਰਿਆ। ਇਹ ਬੰਦਾ ਸਵਾਲ ਕਰਦਾ ਕਿਉਂ? ਮੈਂ ਕਹਿੰਦਾ ਜੀ ਪੁਜਾਰੀ ਕਿਸੇ ਦਾ ਸਕਾ ਨਹੀਂ, ਚਾਹੇ ਉਹ ਹਿੰਦੂ ਪੁਜਾਰੀ ਹੈ, ਚਾਹੇ ਉਹ ਸਿੱਖ ਪੁਜਾਰੀ ਹੈ। ਪੁਜਾਰੀ ਨਹੀਂ ਸਕਾ ਆਪਣੇ ਭਗਵਾਨਾਂ ਦਾ। ਉਹਨੇ ਭਗਵਾਨ ਦੀ ਜਦੋਂ ਨਾਂ ਦੇ ਉੱਤੇ ਖਾਣਾ ਹੁੰਦਾ ਤੇ ਕਹਿੰਦਾ ਭਗਵਾਨ ਜੀ ਖਾਣਗੇ, ਲਿਆਓ ਖਾਣਾ ਆਪ ਹੈ, ਨਾਮ ਭਗਵਾਨ ਦਾ ਵਰਤਦਾ। ਜਿੱਦਣ ਉਹਨੇ ਵਿਭਚਾਰ ਕਰਨਾ ਹੁੰਦਾ ਉਸੇ ਭਗਵਾਨ ਦੀ ਕਰੈਕਟਰ ਦੀ ਗੱਲ ਕਰਦਾ ਕਹਿਣ ਲੱਗ ਜਾਂਦਾ ਇੰਨੇ ਹਜ਼ਾਰ ਰਾਣੀਆਂ ਵੀ ਸੀ। ਰਾਣੀਆਂ ਕਿਉਂ? ਕਿਉਂਕਿ ਦੇਵਦਾਸੀਆਂ ਉਹਨੇ ਆਪ ਬਣਾਣੀਆਂ ਨੇ। ਪੁਜਾਰੀ ਰੱਬ ਦਾ ਆਪਣੇ ਭਗਵਾਨਾਂ ਦਾ ਸਕਾ ਨਹੀਂ ਬਣਦਾ, ਉਹਨਾਂ ਦੇ ਨਾਂ ਤੇ ਹੀ ਖਾਂਦਾ ਹੈ ਤੇ ਉਹਨਾਂ ਦੇ ਨਾਮ ਨੂੰ ਕਲੰਕ ਵੀ ਲਾਉਂਦਾ, ਦਾਗੀ ਕਰਦਾ। ਜੇ ਉਹ ਸਕਾ ਹੁੰਦਾ ਆਪਣੇ ਭਗਵਾਨ ਦਾ ਤੇ ਕਦੇ ਨਾ ਕਹਿੰਦਾ ਵੀ ਇੰਨੀਆਂ ਰਾਣੀਆਂ ਸੀ, ਆ ਕੁਝ ਸੀ, ਕਦੇ ਨਾ ਮਜ਼ਾਕ ਉਡਾਉਂਦਾ ਆਪਣੇ ਭਗਵਾਨਾਂ ਦਾ। ਦੂਜਾ ਪੁਆਇੰਟ, ਸਾਡੇ ਸਿੱਖ ਪੁਜਾਰੀ, ਆ ਜਿਹੜੇ ਪੁਜਾਰੀ ਨੇ, ਜੇ ਗੁਰੂ ਹਰਿਰਾਏ ਸਾਹਿਬ ਦੇ ਸਕੇ ਸੀ, 8-8 ਵਿਆਹ ਕਿੱਦਾਂ ਹੋ ਗਏ? ਜੇ ਗੁਰੂ ਗੋਬਿੰਦ ਸਿੰਘ ਦੇ ਇਹ ਸਕੇ ਨੇ, ਉਹਨਾਂ ਗ੍ਰੰਥਾਂ ਨੂੰ ਪਰੇ ਰੱਖਦੇ ਕਹਿੰਦੇ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਫੀਮ ਖਾਣੀ ਲਿਖੀ ਹੈ, ਇਹਨਾਂ ਗ੍ਰੰਥਾਂ 'ਚ ਗਲਤ ਗੱਲਾਂ ਲਿਖੀਆਂ ਨੇ। ਇਹ ਬੰਦੇ ਆਪਣੇ ਗੁਰੂ ਦੇ ਸਕੇ ਨਹੀਂ ਹੋਏ, ਇਹ ਪੁਜਾਰੀ ਆਪਣੇ ਭਗਵਾਨ ਦੇ ਸਕੇ ਨਹੀਂ ਹੋਏ। ਇਹ ਸਾਡੇ ਵਰਗਿਆਂ ਦੇ ਜਿਹੜੇ ਸਵਾਲ ਕਰਦੇ ਨੇ, ਇਹਨਾਂ ਦੇ ਸਕੇ ਕਿੱਥੇ ਬਣ ਜਾਣਗੇ?
ਮੈਂ ਥੋੜਾ ਜਿਹਾ ਐਡ ਕਰ ਦਵਾਂ ਇਹਦੇ ਵਿੱਚ, ਕਿਉਂਕਿ ਮੇਰਾ ਸਵਾਲ ਸੀਗਾ ਕਿ ਇਕਬਾਲ ਸਿੰਘ ਜੀ ਦੀ ਸਟੇਟਮੈਂਟ ਜਾਂ ਫਿਰ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਉਹ ਤੁਸੀਂ ਜਵਾਬ ਦੇ ਹੀ ਦਿੱਤਾ ਕਿ ਤੁਸੀਂ ਇਤਫਾਕ ਨਹੀਂ ਰੱਖਦੇ ਉਸ ਦੇ ਨਾਲ। ਪਰ ਮੈਂ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ, ਕਿਹਾ ਜਾਂਦਾ ਨਾ ਕਿ ਕਿਸੇ ਨੂੰ ਕੋਈ ਗਲਤ ਸ਼ਬਦ ਕਹਿਣਾ ਹੋਵੇ ਤਾਂ ਉਹਨੂੰ 10 ਵਾਰੀ ਕਹਿ ਦਿੱਤਾ ਜਾਂਦਾ, ਮੈਂ ਜੀ ਇਹਨੂੰ ਅੱਜ ਤੋਂ ਬਾਅਦ ਇਹ ਨਹੀਂ ਕਹੂੰਗਾ, ਮੈਂ ਜੀ ਇਹਨੂੰ ਅੱਜ ਤੋਂ ਬਾਅਦ ਇਹ ਨਹੀਂ ਕਹੂੰਗਾ। ਜੇ ਤੁਹਾਨੂੰ ਦਸਮ ਗ੍ਰੰਥ ਜਾਂ ਸੂਰਜ ਪ੍ਰਕਾਸ਼ ਗ੍ਰੰਥ ਦੇ ਨਾਲ ਬਹੁਤ ਜ਼ਿਆਦਾ ਇਤਰਾਜ਼ ਹੈ ਤਾਂ ਤੁਸੀਂ ਉਸ ਦੇ ਵਿੱਚ ਲਿਖਿਆ ਹੋਇਆ, ਜਿਵੇਂ ਹੁਣ ਵੀ ਤੁਸੀਂ ਗੱਲ ਕੀਤੀ ਹੈ, ਕਿਉਂ ਕਰ ਰਹੇ ਹੋ? ਇਗਨੋਰ ਕਿਉਂ ਨਹੀਂ ਕਰ ਦਿੰਦੇ? ਜੇ ਕਰ ਦਿਆਂਗੇ ਤਾਂ 50 ਸਾਲਾਂ ਬਾਅਦ ਜਦੋਂ ਇਦਾਂ ਬੋਲਿਆ ਜਾਏਗਾ ਫਿਰ ਚੀਕਾਂ ਮਾਰਾਂਗੇ, ਤੜਫਾਂਗੇ, ਫਿਰ ਕਹਾਂਗੇ ਹੈ ਨਹੀਂ ਉਹਨਗੇ, ਤੁਹਾਡੇ ਗ੍ਰੰਥਾਂ 'ਚ ਹੈ। ਇਹ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਅਸਹਿਮਤੀ ਨਹੀਂ ਜਤਾਈ ਜੇ ਉਹਦੇ ਨਾਲ, ਗ੍ਰੰਥਾਂ ਦੇ ਨਾਲ, ਤਾਂ ਪ੍ਰਵਾਨ ਵੀ ਨਹੀਂ ਕੀਤੇ ਹੋਏ ਜਾਂ ਕੀਤੇ ਹੋਏ ਆ? ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ? ਨਹੀਂ, ਸਵੇਰ ਵੇਲੇ ਤਾਂ ਕਥਾ ਕਰ ਰਹੇ ਹੋ ਤੁਸੀਂ, ਉੱਥੇ ਪ੍ਰਕਾਸ਼ ਕਰਕੇ। ਬਾਬਾ ਹਰਨਾਮ ਸਿੰਘ ਜੀ ਕਥਾ ਨਹੀਂ ਕਰਕੇ ਆਏ ਅਬ ਥੋੜੇ ਦਿਨ ਪਹਿਲਾਂ, ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਪਹਿਲਾ ਪ੍ਰਕਾਸ਼ ਦਿਹਾੜਾ ਸੀ, ਉਦੋਂ ਉਹ ਕਥਾ ਕਰਦੇ ਆ ਉਸੇ ਜਗ੍ਹਾ ਤੇ ਬੈਠ ਕੇ। ਮੈਂ ਇਹ ਕਹਿ ਰਿਹਾ ਜੀ, ਮੈਂ ਕੋਈ ਗ੍ਰੰਥਾਂ ਬਾਰੇ ਬੋਲਣ ਵਾਸਤੇ ਥੋੜਾ ਪੈਦਾ ਹੋਇਆ ਜੀ। ਮੈਂ ਕਹਿ ਰਿਹਾ, ਮੈਨੂੰ ਕਹਿੰਦੇ ਆ ਕਿ ਢੱਡਰੀਆਂ ਵਾਲਾ ਗਲਤ ਬੋਲਦਾ ਹੈ। ਮੈਂ ਕਹਿੰਦਾ ਮੈਂ ਗਲਤ ਨਹੀਂ ਬੋਲਦਾ, ਜਿਹੜੇ ਗ੍ਰੰਥਾਂ 'ਚ ਪ੍ਰਕਾਸ਼ ਕੀਤਾ ਉਹਨਾਂ 'ਚ ਤਾਂ ਉਦੋਂ ਵੀ ਬੜਾ ਕੁਝ ਗਲਤ ਲਿਖਿਆ। ਮੈਂ ਤਾਂ ਕੋਈ ਗੱਲ ਕਹੀ ਵੀ ਨਹੀਂ, ਉਹਦਾ ਮੈਂ ਸਟੇਟਮੈਂਟ, ਮੈਂ ਕੋਈ ਗ੍ਰੰਥਾਂ ਦਾ ਵੈਰੀ ਥੋੜਾ ਬਣ ਗਿਆ ਕਿ ਮੈਂ ਢੱਡਰੀਆਂ ਵਾਲਾ ਪੈਦਾ ਹੋਇਆ ਫਟਾਫਟ ਗ੍ਰੰਥਾਂ ਤੇ ਕਿੰਤੂ ਪਰੰਤੂ ਕਰਨ ਲੱਗਿਆ। ਨਹੀਂ, ਐਕਸ਼ਨ ਤੇ ਰਿਐਕਸ਼ਨ ਕੀਤਾ। ਉਹਨਾਂ ਨੇ ਕਿਹਾ ਢੱਡਰੀਆਂ ਵਾਲਾ ਗਲਤ ਬੋਲਦਾ ਹੈ ਗੁਰੂ ਸਾਹਿਬ ਨੂੰ। ਮੈਂ ਕਿਹਾ ਯਾਰ ਮੈਂ ਤਾਂ ਕੁਝ ਵੀ ਨਹੀਂ ਕਿਹਾ, ਜਿਹੜੇ ਗ੍ਰੰਥ 'ਚ ਲਿਖਿਆ ਆ ਜਿਹੜਾ ਪੜ੍ਹਦੇ ਹੋ ਰੋਜ਼, ਇਹਦੇ ਵਿੱਚ ਤਾਂ ਵੇਖੋ ਕੀ ਕੁਝ ਲਿਖਿਆ। ਮਤਲਬ ਕਹਿਣ ਦਾ ਐਕਸ਼ਨ ਤੇ ਰਿਐਕਸ਼ਨ ਕਰਨਾ ਪਿਆ। ਮੇਰਾ ਕੋਈ ਵੈਰ ਨਹੀਂ, ਮੈਂ ਤਾਂ ਅੱਜ ਵੀ ਕਹਿ ਰਿਹਾ ਇਹਨਾਂ ਗ੍ਰੰਥਾਂ ਨੂੰ ਵੇਖੋ, ਪੜਤਾਲੀਆ ਕਮੇਟੀ ਬਣਾਓ, 5 ਸਾਲ ਲਈ ਸਾਰਿਆਂ ਤੇ ਬੈਨ ਲਾ ਦਿਓ ਵੀ ਕੋਈ ਬੰਦਾ ਇਹਦੇ ਨਾ ਹੱਕ 'ਚ ਨਾ ਵਿਰੋਧ 'ਚ, ਨਾ ਤਾਂ ਕੋਈ ਕਥਾ ਕਰੇਗਾ, ਉਹ ਐਵੇਂ ਪ੍ਰਕਾਸ਼ ਨਾ ਕਰੋ, ਤੇ ਬਾਕੀ ਇਹਦਾ ਕੋਈ ਗ੍ਰੰਥ ਵਿਰੋਧ ਨਾ ਕਰਨ ਬੰਦੇ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਮੇਟੀ ਬਣਾਤੀ ਹੈ, 5 ਸਾਲ ਲੱਗਣਗੇ, ਦੁਬਾਰਾ ਸੁਧਾਈ ਕਰਾ ਕੇ ਤੁਹਾਡੇ ਸਾਹਮਣੇ ਰੱਖ ਦਿਆਂਗੇ। ਹੱਕ ਵਾਲੇ ਵੀ ਚੁੱਪ ਕਰੋ ਤੇ ਵਿਰੋਧ ਵਾਲੇ ਵੀ ਚੁੱਪ ਕਰੋ। ਹੱਕ ਵਿੱਚ ਬੋਲਣ ਵਾਲਿਆਂ ਨੂੰ ਤਾਂ ਪ੍ਰਕਾਸ਼ ਕਰਨ ਦਾ ਵੀ ਹੱਕ ਦੇ ਰੱਖਿਆ। ਜਿਹੜਾ ਬੰਦਾ ਮਾੜਾ ਜਿਹਾ ਕਿੰਤੂ ਪਰੰਤੂ ਕਰਦਾ ਚੱਕ ਕੇ ਬਾਹਰ ਮਾਰਦੇ ਨੇ। ਮਤਲਬ ਦੋਨਾਂ ਨੂੰ ਬਰਾਬਰ ਤੇ ਰੱਖੋ। ਚਲੋ ਹੁਣ ਇੱਕ ਹੋਰ ਸਵਾਲ, ਕਿਉਂਕਿ ਆਪਾਂ ਇਸ ਇੰਟਰਵਿਊ ਦੇ ਅੰਤਿਮ ਪੜਾਅ ਦੇ ਵਿੱਚ ਹੈ, ਇਹ ਬਿਆਨਾਂ ਤੋਂ ਅੱਗੇ ਵਧੇਗਾ ਕੋਈ? ਕਿਉਂਕਿ ਲੋਕਤੰਤਰ ਦਾ ਆਪਾਂ ਸ਼ੁਰੂਆਤ ਤੋਂ ਜ਼ਿਕਰ ਕਰ ਰਹੇ, ਲੋਕਤੰਤਰ ਦੇ ਵਿੱਚ ਤਾਂ ਇਹੀ ਹੁੰਦਾ ਕਿ ਜੇ ਤੁਹਾਨੂੰ ਕਿਸੇ ਤੋਂ ਆਬਜੈਕਸ਼ਨ ਹੈ ਤਾਂ ਤੁਸੀਂ ਪੂਰੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਉਹਨਾਂ ਦੇ ਸਾਹਮਣੇ ਆ ਜਾਓ, ਕਿ ਪੂਰੇ ਸਿਸਟਮ ਨੂੰ ਤੁਸੀਂ ਚੈਲੰਜ ਕਰ ਦਿਓ ਡੈਮੋਕ੍ਰੈਟਿਕ ਤਰੀਕੇ ਦੇ ਨਾਲ। ਤੁਸੀਂ ਸੋਚ ਰਹੇ ਹੋ? ਕਿਉਂਕਿ ਮੈਂ 2 ਸਾਲ ਪਹਿਲਾਂ ਵੀ ਤੁਹਾਨੂੰ 3 ਸਾਲ ਪਹਿਲਾਂ ਸਵਾਲ ਕੀਤਾ ਸੀ ਐਸਜੀਪੀਸੀ ਨੂੰ ਲੈ ਕੇ, ਤੁਸੀਂ ਕਿਹਾ ਸੀ ਕਿ ਐਸਜੀਪੀਸੀ ਚੋਣਾਂ ਨੂੰ ਲੈ ਕੇ ਵਾਕਈ ਹੁਣ ਤੁਸੀਂ ਇਲੈਕਸ਼ਨ ਦੇ ਵਿੱਚ ਜਾਣ ਦੀ ਸੋਚ ਸਕਦੇ ਹੋ, ਇਹੋ ਜਿਹਾ ਕੋਈ ਸਟੈਪ ਲੈ ਸਕਦੇ ਹੋ? ਨਹੀਂ, ਰਣਜੀਤ ਸਿੰਘ ਵਰਗੇ ਬੰਦੇ ਨੂੰ ਤਾਂ ਅਜੇ ਆਪਣੀ ਜਾਨ ਤੋਂ ਹੀ ਬੜਾ ਖਤਰਾ ਹੈ। ਜਿਹੜਾ ਬੰਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੋਵੇ, ਖਾਸ ਕਰਕੇ ਧਰਮ ਵਿੱਚ ਪੈਰ ਪਾਉਣ ਨੂੰ ਨਾ ਵੱਡੇ ਵੱਡੇ ਰਾਜਨੀਤਿਕ ਵੀ ਡਰਦੇ ਐ। ਰਾਜਨੀਤੀ 'ਚ ਆ ਜਾਂਦੇ ਆ ਬੰਦੇ, ਵਪਾਰੀਕਰਨ ਵਿੱਚ ਆ ਜਾਂਦੇ, ਸਾਰੇ ਕੰਮਾਂ 'ਚ ਆ ਜਾਂਦੇ ਐ, ਪਰ ਜਦੋਂ ਧਰਮ ਹੈ ਨਾ, ਧਰਮ, ਇੱਥੇ ਦੇ ਗੁੰਡੇ ਬੜੇ ਖਤਰਨਾਕ ਹੈ। ਬਾਕੀ ਧਰਮਾਂ ਦੇ ਵਿੱਚ ਵੀ ਹੋਣਗੇ, ਪਰ ਇਹ ਗੈਂਗ ਬੜਾ ਤਕੜਾ ਹੈ, ਇਹ ਨਹੀਂ ਛੱਡਦਾ ਕਿਸੇ ਨੂੰ। ਤੁਸੀਂ ਦੇਖਿਓ ਵੱਡੇ ਵੱਡੇ ਰਾਜਨੀਤਿਕ, ਐਮਐਲਏ ਰਿਟਾਇਰ ਹੋ ਗਿਆ, ਐਮਐਲਏ ਅੱਜ ਐਮਐਲਏ ਨਹੀਂ ਹੈ। ਐਮਐਲਏ ਨੂੰ ਕਹੋ ਐਸਜੀਪੀਸੀ, ਕਹਿੰਦਾ ਰਹਿਣ ਦਿਓ ਯਾਰ, ਅਸੀਂ ਨਹੀਂ, ਪਿੱਛੇ ਹੀ ਰਹੋ। ਇਹਨਾਂ ਨੇ ਤਾਂ ਬਹਾਨਾ ਬਣਾ ਕੇ ਐਮਐਲਏ ਆ ਮੈਂ, ਐਮਐਲਏ ਸੀ ਮੈਂ, ਪਰ ਇਹਨਾਂ ਨੇ ਪਤਾ ਨਹੀਂ ਕਿੱਧਰੋਂ ਘੁਮਾ ਕੇ ਅਕਾਲ ਤਖਤ ਵਾਲੇ ਪਾਸੋਂ ਗਲ ਫੜ ਕੇ ਮੈਨੂੰ ਗਦਾਰ ਬਣਾ ਦੇਣਾ ਪੰਥ ਦਾ। ਡਰਦੇ ਆ ਬੰਦੇ ਇਸ ਗੁੰਡਾਗਰਦੀ 'ਚ ਫਸਣ ਤੋਂ। ਪਰ ਅਗਲਾ ਤੁਹਾਡੇ ਸਵਾਲ ਦਾ ਜਵਾਬ ਮੈਂ ਦੇ ਦਿਆਂ। ਫਿਲਹਾਲ ਤਾਂ ਮੇਰਾ ਮਸਲਾ ਹੈ ਕਿ ਆਪਣੀ ਜਾਨ ਬਚੀਏ, ਕਿਵੇਂ ਨਾ ਕਿਵੇਂ ਅਸੀਂ ਚੱਲਦੇ ਰਹੀਏ, ਆਪਣੀ ਗੱਲ ਕਰਦੇ ਰਹੀਏ। ਪਰ ਫਿਰ ਵੀ ਜੇ ਜਿਉਂਦੇ ਰਹੇ, ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹ ਘੜਾ ਭਰ ਰਹੇ ਹੈ, ਇਹ ਸਿਸਟਮ ਕਰਪਟ ਹੋ ਰਿਹਾ, ਪਾਗਲ ਨਹੀਂ ਲੋਕ ਸਾਰੇ ਵੇਖ ਰਹੇ ਹੈ, ਦਿਸਦਾ ਸਾਰਿਆਂ ਨੂੰ। ਕਦੇ ਨਾ ਕਦੇ ਇੱਕ ਰਣਜੀਤ ਸਿੰਘ ਖੜਾ ਹੋਇਆ, ਹੋ ਸਕਦਾ ਹੋਰ ਰਣਜੀਤ ਸਿੰਘ ਵੀ ਖੜੇ ਹੋ ਜਾਣ। ਕੋਈ ਬੰਦੇ ਜਿਹੜੇ ਹਿੰਮਤ ਰੱਖਦੇ ਹੋਣ, ਲੱਤਾਂ 'ਚ ਭਾਰ ਪੈਂਦਾ ਹੋਵੇ, ਜ਼ਿੰਮੇਵਾਰ ਬੰਦੇ ਹੋਣ ਸਾਡੀ ਸਿੱਖਾਂ ਦੇ ਵਿੱਚ, ਹੋ ਸਕਦਾ ਕੋਈ ਨਾ ਕੋਈ ਮੋਢੇ ਨਾਲ ਮੋਢਾ ਜੋੜੇ। ਤੇ ਜੇ ਏਦਾਂ ਧੱਕਾ ਕਰਨਗੇ, ਭਾਂਡਾ ਆਖਰਕਾਰ ਭਰ ਕੇ ਘੜਾ ਜਿਹੜਾ ਆ ਉਹ ਰੁੜਦਾ ਹੀ ਹੈ ਇੱਕ ਨਾ ਇੱਕ ਦਿਨ। ਅਖੀਰ ਤਾਂ ਹਰ ਚੀਜ਼ ਦੀ ਆਉਂਦੀ ਹੈ। ਹੋ ਸਕਦਾ ਕਿ ਇਦਾਂ ਦਾ ਵੀ ਸਟੈਪ ਹੋਵੇ, ਪਰ ਫਿਲਹਾਲ ਨਹੀਂ ਕੋਈ। ਫਿਲਹਾਲ ਤਾਂ ਮੈਂ ਜੋ ਇਹ ਕਰ ਰਿਹਾ ਉਹਦਾ ਜਵਾਬ ਦੇ ਰਿਹਾ। ਨਹੀਂ, ਤੁਸੀਂ ਐਲਾਨ ਕਰ ਸਕਦੇ ਹੋ ਨਾ ਕਿ ਤੁਸੀਂ ਕਿ ਜਿਹੜੇ ਐਸਜੀਪੀਸੀ ਨੂੰ ਲੈ ਕੇ, ਕਿਉਂਕਿ ਬਹੁਤ ਸਾਰੀਆਂ ਸਟੇਟਮੈਂਟ ਆਉਂਦੀਆਂ ਨੇ ਐਸਜੀਪੀਸੀ ਨੂੰ ਲੈ ਕੇ, ਐਸਜੀਪੀਸੀ ਨੂੰ ਮੁਕਤ ਕਰਾਉਣਾ, ਐਸੀਆਂ ਸਟੇਟਮੈਂਟਸ ਆਉਂਦੀਆਂ ਨੇ, ਕਿ ਤੁਸੀਂ ਸਾਰਿਆਂ ਨੂੰ ਐਲਾਨ ਕਰ ਸਕਦੇ ਹੋ ਕਿ ਆਓ ਇਕੱਠੇ ਹੋਈਏ? ਨਹੀਂ, ਰਣਜੀਤ ਸਿੰਘ ਦੀ ਲੜਾਈ ਕੋਈ ਅਗਲਾ ਕਹਿੰਦਾ ਫਿਰ ਇਹ ਤਾਂ ਜਥੇਦਾਰ ਦਾ ਵਿਰੋਧ ਕਰਦਾ ਵੀ ਆਪ ਉੱਥੇ ਬੈਠਣਾ ਚਾਹੁੰਦਾ, ਇਹ ਪ੍ਰਬੰਧ ਆਪ ਸਾਂਭਣਾ ਚਾਹੁੰਦਾ। ਪਤਾ ਨਹੀਂ ਗੋਲਕਾਂ ਦਾ ਮਸਲਾ, ਹੁਣ ਉਹਨਾਂ ਕੋਲ ਗੋਲਕ ਸੀ, ਹੁਣ ਢੱਡਰੀਆਂ ਵਾਲਾ ਗੋਲਕਾਂ ਚਾਹੁੰਦਾ। ਢੱਡਰੀਆਂ ਵਾਲਾ ਜਿਹੜੇ ਥਾਂ ਤੇ ਸੀ
ਜਿਹੜੇ ਅਹੁਦੇ ਤੇ ਸੀ ਅੱਜ ਤੱਕ ਉਹਦਾ ਅੱਜ ਤੱਕ ਤੋੜ ਵਿਖਾ ਦਿਓ ਵੀ ਰਣਜੀਤ ਸਿੰਘ ਦੇ ਬਰਾਬਰ ਲੱਖਾਂ ਲੋਕੀ ਕਿਸੇ ਹੋਰ ਨੂੰ ਵੀ ਉਦਾਂ ਸੁਣਦੇ ਸੀ, 12 ਵਜੇ ਤੱਕ ਸਾਹ ਰੋਕ ਕੇ ਸੁਣਦੇ ਸੀ। ਅੱਜ ਤੋਂ 6 ਮਹੀਨੇ ਪਹਿਲਾਂ ਦੇ ਸਾਡੇ ਪ੍ਰੋਗਰਾਮ ਸਾਰੇ ਸੁਣੋ, ਦੇਖੋ, ਪਤਾ ਲੱਗ ਜਾਏਗਾ। ਪਰ ਉਹਦਾ ਮੈਂ ਹੁਣ ਇਹਦਾ ਮਤਲਬ ਇਹ ਕਹਿੰਦਾ ਹੁਣ ਇਹੋ ਜਿਹੇ ਮਸਲੇ ਦੇ ਵਿੱਚ ਜੇ ਮੈਂ ਸਟੇਟਮੈਂਟ ਦਵਾਂ ਮੈਂ ਐਸਜੀਪੀਸੀ ਚ ਆਉਣਾ ਚਾਹੁੰਦਾ, ਅਗਲਾ ਕਹਿੰਦਾ ਯਾਰ ਇਹਦਾ ਆਪਣਾ ਮਤਲਬ ਹੈ ਤਾਂ ਇਹ ਬੰਦਾ ਇਹ ਕੁਝ ਕਰਦਾ ਹੈ। ਨਹੀਂ, ਸਾਡੀ ਲੜਾਈ ਹੈ, ਅਸੀਂ ਆਪਣੇ ਫਿਲਹਾਲ ਤਾਂ ਅਸੀਂ ਆਪਣਾ ਬਚਾਅ ਕਰ ਰਹੇ ਹਾਂ। ਜਿਹੜੇ ਮੇਰੇ ਤੇ ਅਟੈਕ ਕਰ ਰਹੇ ਹੈ, ਜੋ ਮੇਰੇ ਤੇ ਇਲਜ਼ਾਮ ਲਾ ਰਹੇ ਹੈ, ਉਹਦਾ ਮੈਂ ਬਚਾਅ ਕਰ ਰਿਹਾ। ਮੈਂ ਕੋਈ ਇਦਾਂ ਦਾ ਪਲਾਨ ਬਣਾ ਕੇ ਨਹੀਂ ਬੈਠਾ ਵੀ ਆਉਣ ਵਾਲੇ ਸਮੇਂ 'ਚ ਮੈਂ ਐਸਜੀਪੀਸੀ ਚ ਆਵਾਂ। ਹਾਂ, ਜਿਹੜੇ ਬੰਦੇ ਇਹਦਾ ਬਦਲ ਕਰਨਾ ਚਾਹੁੰਦੇ ਹੈ ਉਹਨਾਂ ਕੋਲ ਇੱਕ ਮੁੱਦਾ ਜ਼ਰੂਰ ਢੱਡਰੀਆਂ ਵਾਲੇ ਦਾ ਵੀ ਹੋ ਜਾਏਗਾ ਵੀ ਕਿੰਨੇ ਮੁੱਦੇ ਹੋਰ ਹੋਣਗੇ, ਹੋ ਸਕਦਾ ਕਿ ਢੱਡਰੀਆਂ ਵਾਲਾ ਉਹਨਾਂ ਲਈ ਮੁੱਦਾ ਬਣ ਜਾਏ। ਠੀਕ ਹੈ, ਉਹ ਐਸਜੀਪੀਸੀ ਵਾਲੇ ਐਸਜੀਪੀਸੀ ਨੂੰ ਲੈ ਕੇ ਤਾਂ ਹੋਰ ਵੀ ਕਈ ਪੋਲੀਟੀਕਲ ਪਾਰਟੀਆਂ ਹੈਗੀਆਂ ਨੇ, ਸਮੇਂ-ਸਮੇਂ ਤੇ ਕਹਿੰਦੀਆਂ ਰਹਿੰਦੀਆਂ। ਮੈਂ ਹੋਰ ਸਪਸ਼ਟ ਸ਼ਬਦਾਂ 'ਚ ਪੁੱਛਦਾ ਕਿ ਐਸਜੀਪੀਸੀ ਉੱਤੇ ਜੇਕਰ ਜੋ ਇਸ ਸਮੇਂ ਜੋ ਐਸਜੀਪੀਸੀ ਦੇ ਉੱਤੇ ਕਾਬਜ਼ ਵਰਡ ਯੂਜ਼ ਕਰ ਰਿਹਾ ਮੈਂ, ਜੇ ਉਹ ਬਦਲਦੇ ਨੇ ਤੇ ਜਥੇਦਾਰ ਸਾਹਿਬ ਵਾਲੀ ਪੋਸਟ ਤੁਹਾਨੂੰ ਆਫਰ ਕੀਤੀ ਜਾਂਦੀ ਹੈ, ਹਾਂ ਹੋਏਗੀ ਜਾਂ ਨਾ ਹੋਏਗੀ? ਨਹੀਂ, ਇਹੋ ਜੀ ਗੱਲ ਤਾਂ ਮੈਂ ਸੋਚ ਵੀ ਨਹੀਂ ਸਕਦਾ। ਇਹ ਮੁੱਦਾ ਹੀ ਨਹੀਂ ਹੈਗਾ, ਨਾ ਇਹ ਕੋਈ ਮਸਲਾ ਹੈ। ਨਹੀਂ, ਤੁਸੀਂ ਕਹਿ ਰਹੇ ਹੋ ਨਾ ਕਿ ਜੋ ਜਥੇਦਾਰ ਸਾਹਿਬ ਹੈਗੇ ਨਹੀਂ ਉਸ ਯੋਗ ਹੈਗੇ, ਤਾਂ ਫਿਰ ਯੋਗ ਕੌਣ ਹੈ? ਜੇ ਤੁਸੀਂ ਖੁਦ ਹੈਗੇ ਹੋ, ਖੁਦ ਜੇ ਤੁਸੀਂ ਯੋਗ ਮੰਨਦੇ ਹੋ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਹੋਰ ਵੀ ਹੈਗੇ ਲੋਕ, ਇਹਨਾਂ ਨੂੰ ਲਗਾਇਆ ਜਾ ਸਕਦਾ? ਇਹੋ ਜੀ ਸਟੇਟਮੈਂਟ ਦੇਖੋ, ਜੇ ਹੁਣ ਇਹੋ ਜਿਹੇ ਸਮੇਂ ਤੇ ਮੈਂ ਸਟੇਟਮੈਂਟ ਦਊਂਗਾ ਕਿੱਡੀ ਗਲਤ ਲੱਗੂਗੀ ਕਿ ਅਗਲਾ ਕਹਿੰਦਾ ਯਾਰ ਇਹ ਬੰਦਾ ਜਥੇਦਾਰੀ ਭਾਲਦਾ ਹੈ, ਇਹ ਜੈਲਸ ਕਰ ਰਿਹਾ ਹਰਪ੍ਰੀਤ ਸਿੰਘ ਨਾਲ। ਇਦਾਂ ਕਿਵੇਂ ਹੋ ਸਕਦਾ? ਦੇਖੋ, ਮੈਂ ਇੱਕ ਪ੍ਰਚਾਰਕ ਹਾਂ, ਧੱਕਾ ਹੋਇਆ ਆ, ਉਹਨਾਂ ਨੇ ਮੇਰੇ ਨਾਲ ਕੀਤਾ, ਮੈਂ ਆਪਣੀ ਸਟੇਟਮੈਂਟ ਦੇ ਰਿਹਾ ਬਸ। ਮੈਂ ਕੋਈ ਜਥੇਦਾਰੀ ਨਹੀਂ ਭਾਲਦਾ, ਨਾ ਮੈਨੂੰ ਕੋਈ ਐਸਜੀਪੀਸੀ ਦਾ ਸ਼ੌਂਕ ਹੈ। ਮੈਂ ਤਾਂ ਇੰਦਾ ਹੀ ਹੱਕ ਮੰਗਦਾ ਕਿ ਮੈਂ ਆਪਣੀ ਗੱਲ ਆਪਣੇ ਥਾਂ ਤੇ ਕਰਨ ਦਾ ਹੱਕ ਦੇ ਦਿਓ। ਧੱਕਾ ਕਰਨਾ ਉਹ ਤੁਸੀਂ ਆਪਣੀ ਗੱਲ ਕਰੋ, ਅਸੀਂ ਆਪਣੀ ਕਰੀਏ। ਖੁੱਲ ਕੇ ਸਟੇਟਮੈਂਟ ਦਿਓ। ਢੱਡਰੀਆਂ ਵਾਲਾ ਜੇ ਗਲਤ ਹੈ ਤਾਂ ਸੁਣੋ, ਉਹਨੂੰ ਆਪੇ ਪਤਾ ਲੱਗ ਜਾਏਗਾ ਕਿ ਕੀ ਕੁਝ ਗਲਤ ਬੋਲਦਾ। ਮੈਂ ਥੋੜਾ ਜਿਹਾ ਹੋਰ ਸਪਸ਼ਟ ਕਰ ਦਵਾਂ ਜਵਾਬ। ਇਹ ਵੀ ਕਿਹਾ ਜਾਂਦਾ ਨਾ, ਕਈ ਵਾਰੀ ਪੋਲੀਟੀਕਲ ਲੀਡਰਾਂ ਨੂੰ ਪੁੱਛ ਲਓ ਤਾਂ ਉਹ ਜਵਾਬ ਦੇ ਦਿੰਦੇ ਕਿ ਨਹੀਂ ਜੀ, ਮੈਂ ਕੋਈ ਇਨ ਫਿਊਚਰ ਨਾ ਐਸਜੀਪੀਸੀ ਦੇ ਪ੍ਰਧਾਨ ਦਾ ਅਹੁਦਾ ਲਵਾਂਗਾ, ਨਾ ਮੈਂ ਕੋਈ ਜਥੇਦਾਰ ਦਾ ਅਹੁਦਾ ਲਵਾਂਗਾ। ਕਿ ਐਸੀ ਸਟੇਟਮੈਂਟ ਸਮਝਿਆ ਜਾਵੇ ਇਸ ਦਾ? ਨਹੀਂ, ਦੇਖੋ ਜੀ, ਤੁਸੀਂ ਮੇਰੇ ਮੂੰਹ ਚੋਂ ਨਾ ਕਢਵਾਓ। ਦੇਖੋ, ਅਗਲੇ ਬੰਦੇ ਨੂੰ ਮਾਰਨ ਨੂੰ ਫਿਰਦੇ ਨੇ, ਅਗਲੇ ਉਹਨੂੰ ਬਾਹਰ ਕੱਢਣ ਨੂੰ ਫਿਰਦੇ ਨੇ, ਅਗਲੇ ਨੇ ਹਾਥੀ ਲੰਘ ਗਿਆ, ਪੂਛ ਰਹਿ ਗਈ, ਉਹਦਾ ਸਮਾਜਿਕ ਬਾਈਕਾਟ ਹੋ ਰਿਹਾ। ਉਹਨੂੰ ਇਹੋ ਜੀ ਗੱਲ ਵਿੱਚ ਨਾ ਲੈ ਕੇ ਆਓ ਵੀ ਮੈਂ ਇਸ ਗੱਲ ਵਿੱਚ ਨਹੀਂ ਆਉਣਾ। ਠੀਕ ਹੈ, ਅਗਲਾ ਫਿਊਚਰ ਪਲਾਨ ਕੀ ਹੈ ਤੁਹਾਡਾ? ਕਿਉਂਕਿ ਹੁਣ ਤੁਹਾਡਾ ਵੀਡੀਓਜ਼ ਦੇ ਉੱਤੇ ਵੀ ਉਹ ਕਹਿ ਰਹੇ ਕਿ ਸ਼ੇਅਰ ਨਾ ਕਰੋ। ਕਿਵੇਂ ਤੁਸੀਂ ਅੱਗੇ ਇਸ ਪੂਰੇ? ਦੇਖੋ, ਹੋ ਸਕਦਾ ਕੱਲ ਨੂੰ ਸਾਡਾ YouTube ਚੈਨਲ ਚੱਲਦਾ ਉਹ ਵੀ ਬੰਦ ਕਰਾ ਦੇਣ। ਮੈਂ ਅੱਜ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਤੇ ਸਦਾ ਮੈਂ ਉਹਨਾਂ ਦਾ ਸਿੱਖ ਬਣ ਕੇ ਰਹੂੰਗਾ। ਇਹ ਮੈਨੂੰ ਪੰਥ ਚੋਂ ਕੱਢ ਦੇਣ, ਅਗਲਾ ਜਿਹੜਾ ਪੰਥ ਹੁੰਦਾ ਹੈ 2 ਮਹੀਨਿਆਂ ਤੱਕ ਤਨਖਾਹੀ ਆ, ਉਸ ਤੋਂ ਅਗਲਾ ਹੁੰਦਾ ਹੈ ਅਸੀਂ ਪੰਥ ਚੋਂ ਛੇਕਤਾ। ਅੱਜ ਪੱਤਰਕਾਰ 2-3 ਗੱਲਾਂ ਮੈਂ ਕਰ ਰਿਹਾ, ਹੱਸਦਾ ਸੀ ਉਹਨਾਂ ਨੂੰ। ਮੈਂ ਕਿਹਾ ਧੰਨਵਾਦ ਜੀ ਆਇਆਂ ਨੂੰ, ਹੁਣ ਆਪਾਂ 2-3 ਮਹੀਨੇ ਬਾਅਦ ਫਿਰ ਮਿਲਾਂਗੇ। ਮੈਨੂੰ ਕਹਿੰਦੇ ਜੀ ਫੇਰ ਕਿਉਂ ਮਿਲਾਂਗੇ? ਮੈਂ ਕਿਹਾ ਹੁਣ ਅਗਲਾ ਪੰਥ ਉਹਦਾ ਆ ਜਾਣਾ, ਤੁਸੀਂ ਮੈਨੂੰ ਫਿਰ ਪੁੱਛਣਾ ਭਾਈ ਸਾਹਿਬ ਹੁਣ ਤੁਹਾਡਾ ਐਕਸ਼ਨ ਕੀ ਹੈ। ਸੋ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਸਾਨੂੰ ਪਤਾ ਹੈ ਜੋ ਅੱਗੇ ਹੋਣਾ ਹੈ, ਪਰ ਮੈਂ ਇਹਦੇ ਵਾਸਤੇ ਪਹਿਲਾਂ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਅੱਜ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਤੇ ਸਦਾ ਰਹੂੰਗਾ। ਇਹ ਮੈਨੂੰ ਕੱਢ ਦੇਣ ਪਰ ਮੇਰੇ ਅੰਦਰੋਂ ਉਹ 10 ਪਾਤਸ਼ਾਹਾਂ ਨੂੰ, ਉਹਨਾਂ 35 ਭਗਤਾਂ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ ਇਹ ਕੱਢ ਨਹੀਂ ਸਕਦੇ। ਮੈਂ ਉਹਨਾਂ ਦਾ ਸਿੱਖ ਰਹਿਣਾ, ਉਹਨਾਂ ਦਾ ਪ੍ਰਚਾਰਕ ਰਹਿਣਾ। ਨਾ ਮੈਂ ਕੋਈ ਵੱਖਰਾ ਗੁਰੂ ਬਣਨ ਲੱਗਿਆ, ਨਾ ਮੈਂ ਕੋਈ ਪੰਥ ਨਾਲ ਟੱਕਰਾਂ ਲੈਣ ਲੱਗਿਆ, ਨਾ ਮੈਨੂੰ ਕੋਈ ਲੋੜ ਹੈ ਇਹਨਾਂ ਨਾਲ। ਠੀਕ ਹੈ, ਇਹ ਮੈਨੂੰ ਨਹੀਂ ਆਪਣੇ ਪੰਥ ਦਾ ਹਿੱਸਾ ਮੰਨਦੇ, ਮੈਨੂੰ ਇਗਨੋਰ ਕਰ ਦੇਣ। ਅੱਜ ਇਹ ਕਹਿ ਰਹੇ ਨੇ ਵੀ ਢੱਡਰੀਆਂ ਵਾਲਾ ਜੇ ਨਾ ਟਿਕਿਆ, ਗਲਤ ਬਿਆਨਬਾਜ਼ੀਆਂ ਤੋਂ ਬਾਜ ਨਾ ਆਇਆ, ਨਾਲੇ ਕਹਿੰਦੇ ਕਿ ਉਹਦਾ ਸੁਣਨਾ ਹੀ ਨਹੀਂ, ਫਿਰ ਤੁਹਾਨੂੰ ਬਿਆਨ ਗਲਤ ਹੈ ਕਿ ਠੀਕ ਹੈ, ਢੱਡਰੀਆਂ ਵਾਲੇ ਦਾ ਪਤਾ ਕਿਵੇਂ ਲੱਗੂਗਾ? ਸੁਣਨਾ ਤਾਂ ਹੈ ਹੀ ਨਹੀਂ ਹੁਣ ਤੋਂ ਬਾਅਦ। ਹੁਣ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਇਹਨਾਂ ਦੇ ਬੰਦੇ ਨੇ ਹੁਣ ਸੁਣ ਰਹੇ ਹੁਣ, ਕੋਈ ਜਥੇਦਾਰ ਜੀ ਦਾ ਹੁਕਮ ਤਾਂ ਮੰਨ ਲਿਆ ਹੋਣਾ ਸਾਰਿਆਂ ਨੇ। ਹਾਂ, ਟੀਵੀ ਵੀ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਚੈਨਲ ਅੱਜ ਲਾਉਣਗੇ, ਖਾਸ ਕਰਕੇ ਐਸਜੀਪੀਸੀ ਵਾਲੇ ਜਾਂ ਜਿਹੜੇ ਬੰਦੇ ਜਥੇਦਾਰ ਨੂੰ ਜਥੇਦਾਰ ਮੰਨਦੇ ਹੈ। ਜੇ ਉਹ ਟੀਵੀ ਲਾ ਕੇ ਬੈਠੇ ਹੈ, ਉਹਨਾਂ ਨੇ ਤਾਂ ਹੁਕਮ ਅਦੂਲੀ ਕਰਤੀ, ਸਾਰੇ ਹੀ ਗਲਤ ਨੇ, ਫਿਰ ਤਾਂ ਤਨਖਾਹੀਏ ਬਣ ਗਏ। ਕੋਈ ਢੱਡਰੀਆਂ ਵਾਲੇ ਨੂੰ ਸੁਣਨ ਤੋਂ ਮਨਾਹੀ ਕੀਤੀ ਗਈ ਹੈ, ਸਾਰੇ ਬੰਦੇ ਸੁਣ ਰਹੇ ਆ। ਚਲੋ ਠੀਕ ਹੈ, ਮੈਂ ਇੱਕ ਆਖਰੀ ਸਵਾਲ, ਥੋੜਾ ਜਿਹਾ ਪਰਸਨਲ ਵੀ ਇਲਜ਼ਾਮ ਤੁਹਾਡੇ ਦੇ ਉੱਤੇ ਲੱਗਦੇ ਆ। ਮਤਲਬ ਇਲਜ਼ਾਮ ਇੱਥੋਂ ਤੱਕ ਲੱਗਦੇ ਨੇ ਕਿ ਤੁਸੀਂ ਖੁਦ ਦੇ ਲਈ ਡਿਜ਼ਾਈਨਰ ਰੱਖੇ ਹੋਏ ਆ। ਕੀ ਜ਼ਰੂਰਤ ਹੈ ਅੱਜ ਦੇ ਸੰਤ ਨੂੰ, ਸੰਤ ਕਹਿੰਦੇ ਅਸੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿੰਦੇ ਆ, ਕੀ ਜ਼ਰੂਰਤ ਹੈ ਇਹਨਾਂ ਨੂੰ? ਇਹ ਤਾਂ ਬਕਵਾਸ ਹੈ, ਜਿੰਨੀ ਮਰਜ਼ੀ ਬਣਾ ਲਓ। ਤੁਸੀਂ ਕੋ ਸੋਨੇ ਦੇ ਕੱਪਾਂ 'ਚ ਚਾਹ ਪੀਂਦਾ, ਹੁਣ ਅਗਲਾ ਕੀ ਜਵਾਬ ਦੇਵੇ ਇਹਦਾ? ਤੁਸੀਂ ਕੋ ਜਿਹਦਾ ਤਾਂ ਬੈੱਡ ਵੀ ਜਿਹੜਾ ਉਹਦੀ ਢੋਆ, ਤੁਹਾਡਾ ਮੋਬਾਈਲ ਬੜਾ ਚਰਚਾ 'ਚ ਰਿਹਾ ਸੀਗਾ, ਆਖੇ ਜੀ 92 ਕਰੋੜ ਦਾ ਮੋਬਾਈਲ। ਹੁਣ ਇਹਦਾ ਮੈਂ ਕੀ ਜਵਾਬ ਦੇਵਾਂ? ਹੁਣ ਇਹ ਤਾਂ ਪਾਗਲ ਤੋਂ ਪਾਗਲ ਬੰਦੇ ਨੂੰ ਵੀ ਪਤਾ ਹੈ ਵੀ ਆਹ ਮੰਨ ਲਓ ਮੈਂ ਗਲ 'ਚ ਕੱਪੜਾ ਪਾਇਆ, ਦਸਤਾਰ ਬੰਨੀ ਹੈ, ਆਹ ਮੈਂ ਚੋਲਾ ਪਾਇਆ, ਇਹ ਕੀਮਤ ਇਹਦੀ ਸਾਰੀਆਂ ਦੀ ਪਤਾ ਕਿੰਨੀ ਕੀਮਤ ਹੋਣੀ ਹੈ? ਜਿੰਨੇ ਮੈਂ ਕੱਪੜੇ ਪਾਏ ਆ, ਤੁਹਾਡੀ ਜੀਨ ਤੋਂ ਘੱਟ। ਸੱਚ ਹੈ ਇਹ।
ਤੁਸੀਂ ਦੱਸੋ ਇੱਕ ਕੁੜਤੇ ਪਜਾਮੇ ਵਾਲਾ ਚੋਲਾ ਕੱਪੜਾ ਕਿੰਨੇ ਦਾ ਆਉਂਦਾ? ਇੱਕ ਗਲ ਚ ਪਾਉਣ ਵਾਲਾ 2.5 ਮੀਟਰ ਦਾ ਕੱਪੜਾ ਕਿੰਨੇ ਦਾ ਆਉਂਦਾ? ਇੱਕ ਪੱਗ ਮੈਂ ਬੰਨੀ ਹੈ, ਦਸਤਾਰ ਮੈਂ ਬੰਨੀ ਹੈ, ਕੀ ਤੁਸੀਂ ਮੈਨੂੰ ਦੱਸੋ ਵੀ ਇਹਦੇ ਤੇ ਕਿੰਨਾ ਕੁ ਪੈਸਾ ਲੱਗ ਜਾਂਦਾ? ਮਤਲਬ 1000 ਰੁਪਏ ਦਾ ਸਾਰਾ ਕੁਝ ਆ ਜਾਂਦਾ ਮੇਰਾ। ਮੈਂ ਪਾਇਆ, ਮੈਂ ਬੈਠਾ ਕੈਮਰੇ 'ਚ ਆਉਣਾ, ਉਹਦੇ 'ਚ ਕੀ ਇਹੋ ਜਿਹਾ ਜਿਹੜਾ ਲੱਗਦਾ ਵੀ ਇਹ ਡਿਜ਼ਾਈਨ ਕਰਕੇ ਬੈਠਾ ਹੁੰਦਾ? ਮਤਲਬ ਕਹਿਣ ਦੀਆਂ ਗੱਲਾਂ ਨੇ। ਹਾਂ, ਮੈਂ ਇਹ ਨਹੀਂ ਮੰਨਦਾ ਹੁੰਦਾ ਵੀ ਇਹਨਾਂ ਵਾਂਗੂ 4 ਹੀ ਰੰਗ ਪਾਉਣੇ ਨੇ, ਵੀ ਨੀਲਾ, ਕਾਲਾ ਤੇ ਕੇਸਰੀ ਹੈ। ਮੈਂ ਇਹ ਜਿਹੜਾ ਮਰਜ਼ੀ ਤੁਸੀਂ ਕਲਰ ਪਾ ਸਕਦੇ ਹੋ, ਪੰਥਕ ਰਵਾਇਤ ਤੇ ਇਹੋ ਹੀ ਹੈ। ਗਾਲ ਤੱਕ ਦੀ ਮਰਿਆਦਾ 'ਚ ਕੋਈ ਰੰਗ ਦੀ ਮਨਾਹੀ ਨਹੀਂ ਕੀਤੀ, ਟਕਸਾਲਾਂ ਦੀ ਮਰਿਆਦਾ ਵਿੱਚ ਹੈਗੀ ਹੈ। ਪਰ ਮੈਂ ਉਹ ਜੋ ਮਰਜ਼ੀ ਪਾ ਲੈਣਾ, ਕੈਮਰੇ ਚੱਲਦੇ ਆ। ਅਸਲ ਦੇ ਵਿੱਚ ਪ੍ਰੋਬਲਮ ਮੇਰੇ ਰੰਗਾਂ ਨਾਲ ਨਹੀਂ, ਉਹ ਵੀਡੀਓ ਸਾਹਮਣੇ ਆਉਂਦੀਆਂ, ਕਲਿੱਪ ਸਾਹਮਣੇ ਆ ਜਾਂਦੇ ਆ। ਐਦਾਂ ਲੱਗਦਾ ਪਤਾ ਨਹੀਂ ਇਹ ਬੰਦਾ ਪਤਾ ਨਹੀਂ ਡਿਜ਼ਾਈਨਰ ਰੱਖ ਕੇ ਬੈਠਾ। ਜੇ ਡਿਜ਼ਾਈਨਰ ਰੱਖ ਕੇ ਬੈਠਾ ਹੁੰਦਾ ਐਦਾਂ ਹੁੰਦਾ। ਚਲੋ ਠੀਕ ਹੈ, ਇਲਜ਼ਾਮ ਲੱਗਦੇ ਨੇ, ਤੁਹਾਡਾ ਪੱਖ ਜਾਣਨਾ ਜ਼ਰੂਰੀ ਸੀ। ਆਖਰੀ ਸਵਾਲ ਮੈਂ ਜਿੱਥੋਂ ਸਟਾਰਟ ਕੀਤਾ ਸੀ, ਇਨ ਫਿਊਚਰ ਅਕਾਲ ਤਖਤ ਸਾਹਿਬ ਜਾਓਗੇ ਤੁਸੀਂ ਜਾਂ ਨਹੀਂ ਜਾਓਗੇ? ਇਹ ਲੜਾਈ ਨੂੰ ਬਨਾਮ ਅਕਾਲ ਤਖਤ ਸਾਹਿਬ ਤੇ ਜਥੇਦਾਰ ਅੱਡ ਅੱਡ ਰੱਖੀਏ। ਬਿਲਕੁਲ। ਅਕਾਲ ਤਖਤ ਸਾਹਿਬ ਤੇ ਲੱਖ ਵਾਰੀ ਜਾਊਂਗਾ, ਸਦਾ ਜਾਊਂਗਾ। ਕਦੋਂ? ਕਿਉਂਕਿ ਮੈਨੂੰ ਲੱਗਦਾ ਕਿ ਮੈਂ ਖੁਦ ਫੋਲੋ ਕਰਦਾ ਹੈ, ਸਾਰੀਆਂ ਅਸੀਂ ਧਿਆਨ ਰੱਖਦੇ ਹਾਂ ਪੱਤਰਕਾਰ ਹੋਣ ਦੇ ਨਾਤੇ। ਤੁਸੀਂ ਆਖਰੀ ਟਾਈਮ ਬਹੁਤ ਦੇਰ ਹੋ ਗਿਆ ਹੋਣਾ ਸ਼ਾਇਦ, ਮੇਰੇ ਖਿਆਲ 4 ਸਾਲ ਹੋ ਗਏ ਆ। ਮੈਂ ਹੁਣ ਜਾਣਾ ਸੀ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੀਵਾਨ ਸੀਗੇ, ਉਸ ਵੇਲੇ ਇਹਨਾਂ ਨੇ ਰੌਲਾ ਪਾ ਲਿਆ। ਮੈਂ ਸੋਚਿਆ ਹੀ ਇਹ ਸੀ ਵੀ ਉੱਥੇ ਠਹਿਰਾਂਗੇ 2 ਦਿਨ। ਨਹੀਂ, ਇੱਕ ਹੋਰ ਵੀ ਸਟਾਈਲ ਨਹੀਂ ਹੋ ਸਕਦਾ? ਤੁਸੀਂ ਇੱਕ ਅਲੱਗ ਪੂਰਾ ਰੋਲ ਮਾਡਲ ਲੋਕਾਂ ਦੇ ਲਈ ਬਣਦੇ ਹੋ, ਜਾਂ ਫਿਰ ਇੱਕ ਅਲੱਗ ਤਰੀਕੇ ਨਾਲ ਚੀਜ਼ਾਂ ਨੂੰ ਕਰਦੇ ਹੋ ਕਿ ਜਦੋਂ ਕੋਈ ਬੁਲਾ ਰਿਹਾ ਕਮੇਟੀ ਅੱਗੇ ਜਾਂ ਪੇਸ਼ ਹੋਣ ਲੱਗੇ, ਤੁਸੀਂ ਕੁਛ ਨਾ ਕਰੋ, ਸਿੱਧਾ ਅਕਾਲ ਤਖਤ ਸਾਹਿਬ ਅੱਗੇ ਮੱਥਾ ਟੇਕ ਕੇ ਆ ਜਾਓ ਕਿ ਮੈਂ ਪੇਸ਼ ਨਹੀਂ ਹੋ ਰਿਹਾ, ਪਰ ਮੈਂ ਅਕਾਲ ਤਖਤ। ਨਹੀਂ, ਉਹ ਤਾਂ ਦਰਬਾਰ ਸਾਹਿਬ ਤਾਂ ਸੀ। ਮੈਂ ਤੁਹਾਨੂੰ ਕਹੀ, ਤੁਸੀਂ ਇੱਕ ਸ਼ਬਦ ਮੇਰੇ ਤੋਂ ਸਵਾਲ ਪੁੱਛਿਆ ਜੀ, ਤੁਸੀਂ ਅਕਾਲ ਤਖਤ ਜਾਓਗੇ ਕਿ ਨਹੀਂ? ਮੈਂ ਜਵਾਬ ਉਹਦਾ ਇਹ ਦੇਣ ਲੱਗਾ ਸੀ ਵੀ ਹਜ਼ਾਰਾਂ ਵਾਰ ਜਾਊਂਗਾ, ਜ਼ਰੂਰ ਜਾਊਂਗਾ, ਪਰ ਮੈਂ ਸਕੱਤਰੇਤ ਪੁਜਾਰੀਆਂ ਦੇ ਅੱਗੇ ਨਹੀਂ ਬੈਠੂੰਗਾ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਬੜੇ ਲੋਕਾਂ ਦੇ ਕੁਝ ਇਲਜ਼ਾਮ ਹੁੰਦੇ ਨੇ ਜਾਂ ਲੋਕਾਂ ਦੇ ਜ਼ਿਹਨ 'ਚ ਸਵਾਲ ਵੀ ਹੁੰਦੇ ਨੇ ਕਿ ਅਸੀਂ ਉਹਨਾਂ ਸਾਰਿਆਂ ਦੇ ਜਵਾਬ ਲੈ ਸਕੀਏ। ਖੈਰ, ਬੇਬਾਕੀ ਦੇ ਨਾਲ ਗੱਲਬਾਤ ਹੋਈ ਹੈ। ਉਮੀਦ ਕਰਾਂਗੇ ਕਿ ਜਿਹੜੇ ਤੁਹਾਡੇ ਸਵਾਲ ਸੀ ਭਾਈ ਸਾਹਿਬ ਤੋਂ ਤੁਹਾਨੂੰ ਮਿਲੇ ਹੋਣਗੇ। ਸਾਡੀ ਕੋਸ਼ਿਸ਼ ਅੱਗੇ ਵੀ ਇਸ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਦੇ ਲਈ ਸਾਨੂੰ ਇਜਾਜ਼ਤ ਦਿਓ। ਧੰਨਵਾਦ।